ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਸਤਿਗੁਰ ਮਿਲਿਆ ਭੁੱਖ ਗਈ, ਭੇਖੀ ਭੁੱਖ ਨਾ ਜਾਏ। ਦੁੱਖ ਲੱਗੈ ਘਰ ਘਰ ਫਿਰੈ, ਅੱਗੇ ਦੂਣੀ ਮਿਲੈ ਸਜਾਏ। ਸਤਿਗੁਰ ਮਿਲਿਆ ਭੁੱਖ ਗਈ, ਭੇਖੀ ਭੁੱਖ ਨਾ ਜਾਏ। ਦੁੱਖ ਲੱਗੈ ਘਰ ਘਰ ਫਿਰੈ, ਅੱਗੇ ਦੂਣੀ ਮਿਲੈ ਸਜਾਏ। ਅੰਦਰ ਸਹਿਜ ਨਾ ਆਇਓ, ਸਹਿਜੇ ਹੀ ਲੈ ਖਾਏ। ਮਨ ਹਠ ਜਿਸ ਤੇ ਮੰਗਣਾ, ਲੈਣਾ ਦੁੱਖ ਮਨਾਏ। ਇਸ ਭੇਖੈ ਥਾਵੋ ਗਿਰਹੋ ਭਲਾ, ਜਿੱਥੋ ਕੋ ਵਰਸਾਏ। ਸ਼ਬਦ ਰਤੇ ਤਿਨਾ ਸੋਜੀ ਪਈ, ਦੂਜੈ ਭਰਮ ਭੁਲਾਏ। ਪਿਆ ਕਿਰਤ ਕਮਾਵਣਾ, ਕਹਿਣਾ ਕਛੂ ਨਾ ਜਾਏ। ਨਾਨਕ ਜੋ ਤਿਸ ਭਾਵੈ ਸੇ ਭਲੇ, ਜਿਨ ਕੀ ਪਤ ਪਾਵੈ ਥਾਏ। ਪਿਆ ਕਿਰਤ ਕਮਾਵਣਾ, ਕਹਿਣਾ ਕਛੂ ਨਾ ਜਾਏ। ਨਾਨਕ ਜੋ ਤਿਸ ਭਾਵੈ ਸੇ ਭਲੇ, ਜਿਨ ਕੀ ਪਤ ਪਾਵੈ ਥਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹਿਨਸ਼ਾਹੇ ਹਰਦੁਆਲਮ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤ ਸੰਗਿਓ, ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ, ਜੋ ਅੰਮ੍ਰਿਤ ਵੇਲੇ ਤੋਂ ਪਾਤਸ਼ਾਹ ਜੀ ਦੇ ਮੁਬਾਰਕ ਚਰਨ ਪਰਸ ਰਹੇ ਹੋ। ਆਪ ਵੱਡੇ ਭਾਗਾਂ ਵਾਲੇ ਬਣੇ ਹੋ। ਅੱਜ ਜੋ ਬਣੀ ਹੋਈ ਮਰਿਆਦਾ ਅਨੁਸਾਰ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜੋ ਮੁਬਾਰਕ ਹੁਕਮ ਦੀ ਬਖਸ਼ਿਸ਼ ਹੋਈ ਹੈ, ਉਸ ਦੀ ਵਿਚਾਰ
ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਰਲ ਮਿਲ ਕੇ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਹ ਉਸ ਸਥਾਨ ਤੇ ਆਪ ਜੁੜ ਬੈਠੇ ਹੋ ਜਿਸ ਦੇ ਸੰਬੰਧ ਵਿੱਚ ਸਾਹਿਬ ਕਹਿੰਦੇ ਨੇ ਕਿ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਬੱਧੋ ਪੁਰਖ ਵਿਦਾਤੇ ਤਾਂ ਤੂੰ ਸੋਹਿਆ। ਉਸ ਪਰਿਪੂਰਨ ਪਰਮਾਤਮਾ ਨੇ ਆਪ ਕਿਰਪਾ ਕਰਕੇ ਇਸ ਸਥਾਨ ਨੂੰ ਬਣਾਇਆ ਹੈ ਔਰ ਇਸ ਸਥਾਨ ਵਰਗਾ ਦੁਨੀਆ ਤੇ ਹੋਰ ਥਾਂ ਹੀ ਕੋਈ ਨਹੀਂ। ਕਿਸੇ ਵਿਦਵਾਨ ਨੇ ਕਿਹਾ ਸੀ, ਕਹਿਣ ਲੱਗੇ, ਹੇ ਗੁਰੂ ਰਾਮਦਾਸ, ਤੇਰੇ ਨਾਂ ਵਰਗਾ ਦੁਨੀਆ ਤੇ ਹੋਰ ਨਾਂ ਕੋਈ ਨਹੀਂ ਤੇ ਤੇਰੇ ਥਾਂ ਵਰਗਾ ਦੁਨੀਆ ਤੇ ਥਾਂ ਵੀ ਕੋਈ ਨਹੀਂ। ਇਹ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪਾਵਨ ਸਥਾਨ ਜਿੱਥੇ ਆਪ ਹਾਜ਼ਰੀਆਂ ਭਰ ਰਹੇ ਹੋ। ਆਪ ਜੀ ਨੇ ਮੁਬਾਰਕ ਹੁਕਮ ਜੋ ਹਰਿਮੰਦਰ ਸਾਹਿਬ ਤੋਂ ਹੋਇਆ ਸਰਵਣ ਕੀਤਾ। ਅੱਜ ਦਾ ਇਹ ਮੁੱਖ ਵਾਕ ਜੋ ਵਡਹੰਸ ਕੀ ਵਾਰ ਵਿੱਚੋਂ ਹੈ ਔਰ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ, ਇਸ ਵਿੱਚ ਪੌੜੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਹੈ ਔਰ 2 ਸ਼ਲੋਕ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਨੇ ਜੋ ਆਪ ਜੀ ਨੇ ਹੁਣੇ ਹੀ ਸਰਵਣ ਕੀਤੇ ਨੇ। ਇਸ ਵਿੱਚ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਮਨੁੱਖ ਦੇ ਅੰਦਰ ਸਭ ਤੋਂ ਵੱਡੀ ਜਿਹੜੀ ਭੁੱਖ ਹੈ ਨਾ, ਉਹ ਹੈ ਤ੍ਰਿਸ਼ਨਾ ਦੀ ਭੁੱਖ। ਤ੍ਰਿਸ਼ਨਾ ਦੇ ਅਧੀਨ ਹੀ ਬੰਦਾ ਸਾਰੇ ਕਾਰਜ ਕਰਦਾ ਹੈ, ਪਰ ਬੜਾ ਯਤਨ ਕਰਨ ਦੇ ਬਾਵਜੂਦ ਵੀ ਤ੍ਰਿਸ਼ਨਾ ਵਿਰਲੇ ਹੀ ਕੀ ਬੂਝੀ। ਕੋਈ ਵਿਰਲਾ ਹੀ ਹੈ ਜਿਹਦੀ ਇਹ ਤ੍ਰਿਸ਼ਨਾ ਬੁਝਦੀ ਹੈ। ਨਹੀਂ ਤੇ ਜਿਸ ਤਰ੍ਹਾਂ ਮਨੁੱਖ ਵਡੇਰੀ ਉਮਰ ਦਾ ਹੁੰਦਾ ਹੈ ਨਾ, ਉਦਾਂ ਹੀ ਤ੍ਰਿਸ਼ਨਾ ਹੋਰ ਵੱਧਦੀ ਜਾਂਦੀ ਹੈ। ਪਰ ਜੇ ਕਿਤੇ ਗੁਰੂ ਮਿਲ ਪਏ, ਗੁਰੂ ਦੀ ਕਿਰਪਾ ਹੋ ਜਾਏ ਤੇ ਫਿਰ ਇਹ ਤ੍ਰਿਸ਼ਨਾ ਜਿਹੜੀ ਹੈ ਨਾ, ਇਹ ਮਿਟ ਜਾਂਦੀ ਹੈ, ਗੁਰੂ ਦੀ ਬਖਸ਼ਿਸ਼ ਤੋਂ ਬਗੈਰ ਨਹੀਂ। ਪਰ ਜਿਸ ਦੇ ਅੰਦਰ ਇਹ ਪਿਆਸ ਪੈਦਾ ਹੋ ਗਈ ਹੈ ਕਿ ਮੈਂ ਇਹਦੇ ਤੋਂ ਕਿਵੇਂ ਖਹਿੜਾ ਛੁਡਾ, ਗੁਰੂ ਦੀ ਸ਼ਰਨ ਵਿੱਚ ਜੇ ਉਹ ਪਹੁੰਚ ਗਿਆ ਤੇ ਗੁਰੂ ਕਿਰਪਾ ਕਰਕੇ ਅੰਦਰ ਦੀ ਇਹ ਤ੍ਰਿਸ਼ਨਾ ਨੂੰ ਮਿਟਾ ਦਿੰਦਾ ਹੈ। ਉਂਝ ਤਾਂ ਸਾਹਿਬ ਜੀ ਕਹਿੰਦੇ ਨੇ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਇਹ ਅੱਗ ਦੀਆਂ ਨਦੀਆਂ ਵਹਿ ਰਹੀਆਂ ਨੇ ਮਨੁੱਖ ਦੇ ਅੰਦਰ। ਪਵੇਂ ਦੱਜੇ ਨਾਨਕਾ ਤਰੀਏ ਕਰਮੀ ਲਗ। ਕਹਿੰਦੇ ਨੇ ਜਿਹੜੇ ਤੇ ਇਹਦੇ ਵਿੱਚ ਪੈ ਗਏ ਉਹ ਸੜ ਗਏ, ਪਰ ਜਿਹੜੇ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਗਏ, ਕਰਮ ਤੋਂ ਭਾਵ ਹੈ ਬਖਸ਼ਿਸ਼, ਤਰੀਏ ਕਰਮੀ ਲਗ। ਲਗ ਤੋਂ ਅਰਥ ਹੈ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ, ਗੁਰੂ ਦੀ ਬਖਸ਼ਿਸ਼ ਦੁਆਰਾ ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜ ਗਏ ਉਹ ਇਸ ਅੱਗ ਤੋਂ ਬਚ ਸਕਦੇ ਨੇ, ਨਹੀਂ ਤੇ ਬਹੁਤੇ ਜਿਹੜੇ ਨੇ ਉਹ ਤੇ ਸੜ ਰਹੇ ਨੇ। ਗੁਰੂ ਨਾਨਕ ਦੇ ਮਹਾਰਾਜ ਜੀ ਨੇ ਵੇਖਿਆ ਸੀ ਕਿ ਜਗਤ ਸੜ ਰਿਹਾ ਹੈ ਤੇ ਪਾਤਸ਼ਾਹ ਜੀ ਸੁਲਤਾਨਪੁਰ ਤੋਂ ਤੁਰੇ। ਅਸੀਂ ਪੜ੍ਹਦੇ ਹਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਪਾਵਨ ਬਚਨ। ਉਹ ਕਹਿੰਦੇ ਨੇ, ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਕਾਲ ਕਮਾਈ। ਰੇਤ ਅਕ ਆਹਾਰ ਕਰ, ਰੋੜਾਂ ਕੀ ਗੁਰ ਕਰੀ ਵਿਛਾਈ। ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਉ ਬਣਾਈ। ਬਾਬਾ ਪੈਦਾ ਸੱਚਖੰਡ, ਨੌ ਨਿਦ ਨਾਮ ਗਰੀਬੀ ਪਾਈ।
ਕਹਿੰਦੇ ਨੇ ਬਾਬਾ ਸੱਚਖੰਡ ਵਿੱਚ ਪਹਿਨਾਇਆ ਗਿਆ, ਸਤਕਾਰਿਆ ਗਿਆ। ਬਾਬਾ ਦੇਖੈ ਧਿਆਨ ਧਰ, ਜਦੋਂ ਗੁਰੂ ਨਾਨਕ ਨੇ ਧਿਆਨ ਧਰ ਕੇ ਵੇਖਿਆ, ਜਲਤੀ ਸਭ ਪ੍ਰਿਥਵੀ ਦਿਸੇ ਆਈ, ਬਾਝੋਂ ਗੁਰੂ ਗੁਬਾਰ ਹੈ, ਗੁਰੂ ਤੋਂ ਬਗੈਰ ਹੈ ਕਰਦੀ ਸੁਣੀ ਲੁਕਾਈ। ਹਾਏ ਹਾਏ ਕਰਦੀ ਮਨੁੱਖਤਾ ਦੀਆਂ ਆਵਾਜ਼ਾਂ ਕੰਨਾਂ ਵਿੱਚ ਪੈ ਰਹੀਆਂ ਸਨ। ਜਦੋਂ ਧਿਆਨ ਧਰ ਕੇ ਵੇਖਿਆ, ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਫਿਰ ਇਸ ਲੁਕਾਈ ਨੂੰ ਸੋਧਣ ਵਾਸਤੇ ਗੁਰੂ ਨਾਨਕ ਤੁਰੇ। ਜਦੋਂ ਵੇਖਿਆ ਕਿ ਮਨੁੱਖਤਾ ਸੜ ਰਹੀ ਹੈ, ਗੁਰੂ ਤੋਂ ਬਗੈਰ ਪਾਰ ਉਤਾਰਾ ਹੋ ਹੀ ਨਹੀਂ ਸਕਦਾ, ਤਾਂ ਮੇਰੇ ਪਾਤਸ਼ਾਹ ਜੀ ਅੱਜ ਬਖਸ਼ਿਸ਼ ਪੈ ਕਰਦੇ ਨੇ। ਆਓ ਬੜੇ ਹੀ ਪਿਆਰ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਸਤਿਗੁਰ ਮਿਲਿਆ ਭੁੱਖ ਗਈ, ਭੇਖੀ ਭੁੱਖ ਨਾ ਜਾਏ। ਇਸ ਸ਼ਲੋਕ ਅੰਦਰ ਗੁਰੂ ਅਮਰਦਾਸ ਪਾਤਸ਼ਾਹ ਜੀ ਪੈ ਬਖਸ਼ਿਸ਼ ਕਰਦੇ ਨੇ ਕਿ ਸਤਿਗੁਰ ਮਿਲਿਆ ਭੁੱਖ ਗਈ। ਗੁਰੂ ਦੇ ਮਿਲਣ ਦੇ ਨਾਲ ਭੁੱਖ ਮਿਟ ਗਈ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਜਦੋਂ ਗੁਰੂ ਕੋਲੋਂ ਨਾਮ ਦੀ ਦਾਤ ਮਿਲ ਗਈ, ਫਿਰ ਸਾਰੀਆਂ ਭੁੱਖਾਂ ਮਿਟ ਗਈਆਂ। ਮੈਂ ਬਹੁੜ ਨਾ ਤ੍ਰਿਸ਼ਨਾ ਭੁਖੜੀ ਹਉ ਰੱਜਾ, ਤ੍ਰਿਪਤ ਅਗਾਏ ਜੀਓ। ਅਗਾਏ ਦਾ ਅਰਥ ਹੁੰਦਾ ਹੈ ਰੱਜ ਗਿਆ, ਭੁੱਖ ਮਿਟ ਗਈ, ਤ੍ਰਿਪਤੀ ਹੋ ਗਈ। ਕਦੋਂ? ਜਦੋਂ ਗੁਰੂ ਨੇ ਕਿਰਪਾ ਕਰ ਦਿੱਤੀ, ਗੁਰੂ ਦੀ ਬਖਸ਼ਿਸ਼ ਦੁਆਰਾ। ਪਰ ਦੂਜੇ ਪਾਸੇ ਕਹਿੰਦੇ ਨੇ ਕਿ ਜਿਹੜਾ ਕੇਵਲ ਭੇਖ ਹੈ, ਜਿਹੜਾ ਕੇਵਲ ਵਿਖਾਵਾ ਹੈ, ਉਸ ਦੇ ਨਾਲ ਅੰਦਰ ਦੀ ਭੁੱਖ ਨਹੀਂ ਮਿਟ ਸਕਦੀ। ਪਰ ਮਾਫ ਕਰਨਾ, ਅੱਜ ਕੱਲ ਬਹੁਤਾਤ ਵਿੱਚ ਵਿਖਾਵਾ ਤੁਹਾਨੂੰ ਨਜ਼ਰ ਆਏਗਾ। ਬਾਹਰ ਰੂਪ ਤੇ ਹੈ ਪਰ ਅੰਦਰ ਰਸ ਕੋਈ ਨਹੀਂ। ਪਰ ਗੱਲ ਤੇ ਉਦੋਂ ਬਣੇਗੀ, ਹਾਂ ਠੀਕ ਹੈ ਰੂਪ ਮੁਬਾਰਕ ਹੈ, ਰੂਪ ਹੋਣਾ ਚਾਹੀਦਾ ਹੈ, ਪਰ ਰੂਪ ਦੇ ਨਾਲ ਅੰਦਰ ਰਸ ਵੀ ਹੋਵੇ। ਜੇ ਅੰਦਰ ਰਸ ਕੋਈ ਨਹੀਂ ਤੇ ਬਾਹਰ ਦਾ ਰੂਪ ਕਿਸੇ ਅਰਥ ਨਹੀਂ। ਜੇ ਬਾਹਰੋਂ ਤੇ ਵਿਖਾਵਾ ਬੜਾ ਹੈ, ਪਰ ਅੰਦਰ ਕੇਵਲ ਝੂਠ ਹੈ, ਅੰਦਰ ਕੇਵਲ ਠੱਗੀ ਭਰੀ ਹੋਈ ਹੈ। ਤੇ ਫਿਰ ਇਹਨਾਂ ਵਾਸਤੇ ਸਾਹਿਬ ਨੇ ਕਿਹਾ ਸੀ, ਉਹ ਹਰ ਕੇ ਸੰਤ ਨਾ ਆਖੀਏ, ਬਨਾਰਸ ਕੇ ਠੱਗ। ਪਰ ਕੇਵਲ ਬਨਾਰਸ ਦੇ ਨਹੀਂ, ਅੱਜ ਤੇ ਬਹੁਤੇ ਠੱਗ ਤੁਰੇ ਫਿਰਦੇ ਨੇ। ਅੱਜ ਤੇ ਥਾਂ ਥਾਂ ਤੇ ਤੁਹਾਨੂੰ ਠੱਗ ਮਿਲਣਗੇ। ਇੱਕ ਅਦੀਬ ਨੇ ਬੜੀ ਸੋਹਣੀ ਗੱਲ ਕਹੀ ਹੈ। ਉਹ ਕਹਿੰਦਾ, ਰੱਬ ਦੇ ਹੁੰਦਿਆਂ ਲੋਕੀ ਰੱਬ ਤੋਂ ਸੰਗਦੇ ਵੇਖੇ, ਮੰਗਤੇ ਮੰਗਤਿਆਂ ਕੋਲੋਂ ਮੁਰਾਦਾਂ ਮੰਗਦੇ ਵੇਖੇ। ਦੇਖੋ, ਜਿਹੜਾ ਆਪ ਭੁੱਖਾ ਹੈ ਉਹ ਦੂਜੇ ਨੂੰ ਕੀ ਦੇਵੇਗਾ? ਜਿਹੜਾ ਆਪ ਮੰਗਤਾ ਹੈ ਉਹ ਦੂਜੇ ਨੂੰ ਕੀ ਦੇਵੇਗਾ? ਤੇ ਸਾਹਿਬ ਤੇ ਕਹਿੰਦੇ ਨੇ, ਗੁਰੂ ਪੀਰ ਸਦਾਏ ਮੰਗਣ ਜਾਏ, ਤਾਂ ਕਹਿ ਮੂਲ ਨਾ ਲੱਗੀਐ ਪਾਏ। ਕਾਲ ਖਾਏ ਕੁਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਆਪ ਕਿਰਤ ਕਮਾਈ ਕਰਦਾ ਹੈ ਔਰ ਉਸ 10 ਨਹੁੰਆਂ ਦੀ ਕਿਰਤ ਵਿੱਚੋਂ ਦੂਜਿਆਂ ਦੀ ਵੀ ਸੇਵਾ ਕਰਦਾ ਹੈ। ਪਰ ਜਿਹੜਾ ਕੇਵਲ ਤੇ ਕੇਵਲ ਲੋਕਾਂ ਦੇ ਲੀੜੇ ਲਾਉਣ ਵਾਸਤੇ ਬੈਠਾ ਹੋਵੇ ਔਰ ਲੋਕਾਂ ਨੂੰ ਕਹਿ ਕਹਿ ਕੇ ਡਰਾਈ ਜਾਣਾ, ਜੀ ਬੜਾ ਕਰੜਾ ਸਮਾਂ, ਬੜਾ ਭਿਆਨਕ ਸਮਾਂ ਚੱਲ ਰਿਹਾ ਹੈ, ਇਹਦਾ ਮਤਲਬ ਜੇ ਬਚਣਾ ਚਾਹੁੰਦੇ ਹੋ ਤੇ ਮੇਰੇ ਕੋਲ ਆ ਜਾਓ, ਜਿਹੜੀਆਂ 4 ਕੌਡੀਆਂ ਹਨ ਮੈਨੂੰ ਦੇ ਜਾਓ, ਤਾਂ ਹੀ ਤੁਹਾਡਾ ਬਚਾਅ ਹੋ ਸਕਦਾ ਹੈ। ਪਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਭੇਖੀ ਬੰਦੇ ਦੀ ਭੁੱਖ ਨਹੀਂ ਜੇ ਮਿਟਦੀ। ਭੇਖੀ ਬੰਦਾ ਕਦੇ ਰੱਜ ਨਹੀਂ ਸਕਦਾ। ਜਿਹਦੇ ਅੰਦਰ ਕੇਵਲ ਰੂਪ ਤੇ ਹੈ, ਰਸ ਕੋਈ ਨਹੀਂ, ਉਹ ਭੇਖੀ ਹੈ। ਤੇ ਇਸੇ ਕਰਕੇ ਸਾਹਿਬ ਨੇ ਕਿਹਾ, ਧਰੇ ਕੇਸ ਪਹੁਲ ਬਿਨ ਭੇਖੀ ਮੂਰਾ ਸਿੱਖ।
ਕੇਸ ਤੇ ਰੱਖੇ ਨੇ ਪਰ ਪੌਲ ਨਹੀਂ ਹੈ, ਖੰਡੇ ਬਾਟੇ ਦਾ ਅੰਮ੍ਰਿਤ ਹੀ ਨਹੀਂ ਛਕਿਆ। ਗੁਰਦੁਆਰਾ ਕਿਸੇ ਨੇ ਬਣਾਇਆ ਹੋਵੇ ਤੇ ਅੰਦਰ ਪ੍ਰਕਾਸ਼ ਹੀ ਨਹੀਂ ਕੀਤਾ। ਕੋਈ ਗੁਰਦੁਆਰਾ ਥੋੜੀ ਆਖਦਾ, ਕਹਿਣਗੇ ਐਵੇਂ ਨਿਸ਼ਾਨ ਸਾਹਿਬ ਲਾਈ ਫਿਰਦੇ ਨੇ ਕਬਜ਼ਾ ਕਰਨ ਲਈ। ਗੁਰਦੁਆਰਾ ਨਹੀਂ ਹੈ, ਅੰਦਰ ਪ੍ਰਕਾਸ਼ ਹੀ ਕੋਈ ਨਹੀਂ। ਤੇ ਜੇ ਪ੍ਰਕਾਸ਼ ਹੈ ਤੇ ਬਾਹਰ ਨਿਸ਼ਾਨ ਸਾਹਿਬ ਕੋਈ ਨਹੀਂ, ਫਿਰ ਵੀ ਨਹੀਂ ਪਤਾ ਲੱਗਦਾ ਕਿ ਗੁਰੂ ਦਾ ਘਰ ਹੈ। ਦੋਵੇਂ ਚੀਜ਼ਾਂ ਚਾਹੀਦੀਆਂ ਨੇ, ਰੂਪ ਵੀ ਚਾਹੀਦਾ ਹੈ, ਰਸ ਵੀ ਚਾਹੀਦਾ ਹੈ। ਔਰ ਜਿਹੜਾ ਰੂਪ ਹੈ ਨਾ, ਉਹ ਰਸ ਤੇ ਟਿਕਿਆ ਹੋਵੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜ਼ਫਰਨਾਮੇ ਵਿੱਚ ਕੁਝ ਹਕਾਇਤਾਂ ਲਿਖੀਆਂ ਨੇ, ਤੇ ਉਹਦੇ ਵਿੱਚ ਇੱਕ ਜ਼ਿਕਰ ਕਰਦੇ ਨੇ, ਬੜਾ ਸੋਹਣਾ ਬਚਨ ਹੈ। ਕਹਿੰਦੇ ਨੇ ਕਿ ਕੋਈ ਨੌਜਵਾਨ ਕਿਸੇ ਰਾਜੇ ਕੋਲ ਚਲਾ ਗਿਆ ਤੇ ਜਾ ਕੇ ਕਹਿਣ ਲੱਗਾ, ਰਾਜਨ ਮੈਨੂੰ 500 ਰੁਪਏ ਦੀ ਲੋੜ ਹੈ, ਮੇਰੀ ਭੈਣ ਦੀ ਸ਼ਾਦੀ ਹੈ ਤੇ ਇੰਨੀ ਕੁ ਮਾਇਆ ਚਾਹੀਦੀ ਹੈ। ਉਸਨੇ ਕਿਹਾ, ਤੂੰ ਕੰਮ ਕੀ ਕਰਨਾ ਹੈ? ਕਹਿਣ ਲੱਗਾ, ਜੀ ਮੈਂ ਬਹੁਤ ਰੁਪਈਆ ਹਾਂ। ਉਸਨੇ ਕਿਹਾ, ਜੇ ਤੂੰ ਕਿਤੇ ਕੋਈ ਆਪਣਾ ਕੋਈ ਫਨ ਕੋਈ ਕਮਾਲ ਵਿਖਾਉਂਦਾ ਤੇ ਮੈਂ ਤੈਨੂੰ ਖੁਸ਼ ਹੋ ਕੇ ਹੋ ਸਕਦਾ ਸੀ ਦੇ ਦਿੰਦਾ। ਜੇ ਮੈਂ ਇਸ ਤਰ੍ਹਾਂ ਦੇਣ ਲੱਗਾ ਤੇ ਤੂੰ ਨੌਜਵਾਨ ਹੈ, ਕੰਮਕਾਰ ਕਰ ਸਕਣਾ, ਇਸ ਤਰ੍ਹਾਂ ਸਾਰਿਆਂ ਨੂੰ ਵੰਡਣ ਲੱਗਾ ਤੇ ਮੇਰਾ ਤੇ ਖਜ਼ਾਨਾ ਹੀ ਖਾਲੀ ਹੋ ਜਾਏਗਾ। ਇਸ ਤਰ੍ਹਾਂ ਨਹੀਂ ਦਿੱਤਾ ਜਾ ਸਕਦਾ। ਤੂੰ ਕੋਈ ਆਪਣਾ ਕਮਾਲ ਵਿਖਾਉਂਦਾ ਤੇ ਮੈਂ ਤੈਨੂੰ ਦਿੰਦਾ। ਇਹ ਨੌਜਵਾਨ ਚਲਾ ਗਿਆ। ਸਮਾਂ ਬੀਤਦਾ ਗਿਆ ਤੇ ਇੱਕ ਦਿਨ ਰਾਜੇ ਦੇ ਬਾਗ ਵਿੱਚ ਕੋਈ ਸਾਧੂ ਆ ਗਿਆ, ਜਿਸ ਦੀ ਚਰਚਾ ਚੱਲ ਪਈ। ਸੁੱਕਾ ਹੋਇਆ ਬਾਗ ਜਿਹੜਾ ਸੀ ਉਹ ਹਰਾ ਹੋ ਗਿਆ, ਕਿਉਂਕਿ ਉੱਥੇ ਬੈਠਾ ਸੀ, ਪਾਣੀ ਦਿੰਦਾ ਹੋਏਗਾ ਬੂਟਿਆਂ ਨੂੰ। ਉਹ ਬਾਗ ਹਰਾ ਹੋਣਾ ਸ਼ੁਰੂ ਹੋ ਗਿਆ। ਬੜੀ ਚਰਚਾ ਚੱਲੀ। ਹੌਲੀ ਹੌਲੀ ਇਹ ਚਰਚਾ ਰਾਜੇ ਦੇ ਦਰਬਾਰ ਤੱਕ ਵੀ ਪਹੁੰਚ ਗਈ ਤੇ ਰਾਣੀ ਨੇ ਰਾਜੇ ਨੂੰ ਕਹਿ ਦਿੱਤਾ, ਕਹਿਣ ਲੱਗੀ, ਰਾਜਨ ਤੁਸੀਂ ਸੁਣਿਆ ਆਪਣੇ ਬਾਗ ਵਿੱਚ ਇੱਕ ਐਸਾ ਸੰਤ ਆਇਆ ਜਿਸ ਦੇ ਦਰਸ਼ਨ ਕਰਨ ਨਾਲ ਠੰਡ ਪੈਂਦੀ ਹੈ, ਜਿਸ ਦੇ ਆਉਣ ਨਾਲ ਤੇਰਾ ਸੁੱਕਾ ਬਾਗ ਹਰਾ ਹੋ ਗਿਆ। ਸਾਨੂੰ ਵੀ ਉਹਦੇ ਦਰਸ਼ਨ ਕਰਨੇ ਚਾਹੀਦੇ ਨੇ। ਪਹਿਲਾਂ ਤੇ ਇੱਕ ਦੋ ਵਾਰੀ ਇਨਕਾਰ ਕੀਤਾ, ਪਰ ਬੀਬੀਆਂ ਦੀ ਜਿੱਦ ਮੰਨਣੀ ਪਈ। ਹੁਣ ਲੈ ਕੇ ਆਪਣੇ ਨਾਲ ਵਜ਼ੀਰ ਤੇ ਚੱਲਿਆ ਉਸ ਸਾਧੂ ਦੇ ਦਰਸ਼ਨ ਕਰਨ ਨੂੰ। ਜੇ ਵੱਡਾ ਬੰਦਾ ਤੇ ਫਿਰ ਭੇਟਾ ਵੀ ਵੱਡੀ ਲੈ ਕੇ ਜਾਏਗਾ। ਖਿਆਲ ਕਰਿਓ। ਮੋਤੀਆਂ ਦਾ ਥਾਲ ਲਿਆ, ਹੀਰੇ ਜਵਾਹਰਾਤ। ਜਦੋਂ ਉੱਥੇ ਪਹੁੰਚਿਆ, ਉਸ ਸਾਧੂ ਦੇ ਅੱਗੇ ਰੱਖ ਕੇ, ਸੰਤ ਦੇ ਅੱਗੇ ਰੱਖ ਕੇ ਮੱਥਾ ਟੇਕਿਆ। ਉਸ ਸਾਧੂ ਨੇ ਕਿਹਾ, ਇਹ ਕੀ ਹੈ? ਕਹਿਣ ਲੱਗੇ, ਜੀ ਕੀਮਤੀ ਜਵਾਹਰਾਤ ਨੇ। ਉਸਨੇ ਇਨਕਾਰ ਕਰ ਦਿੱਤਾ। ਕਹਿਣ ਲੱਗਾ, ਮੈਨੂੰ ਨਹੀਂ ਚਾਹੀਦੇ, ਉਠਾ ਲਓ, ਮੈਨੂੰ ਨਹੀਂ ਚਾਹੀਦੇ, ਇਹ ਨਹੀਂ ਚਾਹੀਦੇ, ਚੁੱਕ ਲਓ। ਤੇ ਕੋਲੋਂ ਵਜ਼ੀਰ ਨੇ ਕਹਿ ਦਿੱਤਾ, ਮਹਾਰਾਜ ਇਹ ਰਾਜੇ ਨੇ ਦਿੱਤਾ, ਇਸ ਦੇਸ਼ ਦਾ ਇਹ ਰਾਜਾ ਹੈ, ਤੁਹਾਨੂੰ ਇਹ ਭੇਟਾ ਪ੍ਰਵਾਨ ਕਰਨੀ ਚਾਹੀਦੀ ਹੈ। ਇਹਦੇ ਵਰਗਾ ਦਾਨੀ ਤੁਹਾਨੂੰ ਰਾਜਾ ਮੁੜ ਕੇ ਨਹੀਂ ਮਿਲਣਾ। ਜਦੋਂ ਇਹ ਸ਼ਬਦ ਕਹੇ ਤੇ ਉਸ ਸਾਧੂ ਨੇ ਠੋਕਰ ਮਾਰ ਦਿੱਤੀ। ਕਹਿਣ ਲੱਗਾ, ਜੇ ਇਹਦੇ ਵਰਗਾ ਦਾਨੀ ਰਾਜਾ ਨਹੀਂ ਨਾ ਮਿਲਣਾ ਤੇ ਮੇਰੇ ਵਰਗਾ ਤਿਆਗੀ ਤੁਹਾਨੂੰ ਸੰਤ ਵੀ ਕੋਈ ਨਹੀਂ ਮਿਲਣਾ। ਠੋਕਰ ਮਾਰ ਕੇ ਚਲਾ ਗਿਆ। ਕੁਝ ਸਮੇਂ ਬਾਅਦ ਉਹ ਜਿਹੜਾ ਨੌਜਵਾਨ ਸੀ ਨਾ, ਅੱਜ ਫੇਰ ਆਇਆ ਦਰਬਾਰ ਵਿੱਚ ਤੇ ਕਹਿਣ ਲੱਗਾ, ਮਹਾਰਾਜ ਮੈਨੂੰ 500 ਰੁਪਏ ਦੀ ਲੋੜ ਹੈ, ਮੈਂ ਤੁਹਾਡੇ ਕੋਲੋਂ ਮੰਗਿਆ ਸੀ। ਕਹਿਣ ਲੱਗਾ, ਤੂੰ ਤੇ ਅੱਗੇ ਵੀ ਆਇਆ ਸੀ, ਅੱਜ ਫੇਰ ਆ ਗਿਆ? ਤੈਨੂੰ ਤੇ ਪਹਿਲਾਂ ਮਨਾ ਕੀਤਾ ਸੀ, ਅੱਜ ਫੇਰ ਕਿਉਂ ਆ ਗਿਆ? ਤੂੰ ਤੇ ਕਹਿੰਦਾ ਸੀ ਮੈਂ ਬਹੁਤ ਰੁਪਈਆ, ਮੈਂ ਤੈਨੂੰ ਕਿਹਾ ਸੀ ਕੋਈ ਆਪਣਾ ਕਮਾਲ ਵਿਖਾਏਗਾ ਤੇ ਫਿਰ ਤੈਨੂੰ ਦਿਆਂਗੇ। ਹੱਸ ਕੇ ਕਹਿਣ ਲੱਗਾ, ਜੀ ਮੈਂ ਤੇ ਕਮਾਲ ਵਿਖਾ ਦਿੱਤਾ, ਹੁਣ ਤੁਹਾਨੂੰ ਸਮਝ ਨਾ ਆਵੇ ਤੇ ਮੈਂ ਕੀ ਕਰਾਂ? ਉਸਨੇ ਕਿਹਾ, ਕੀ ਕਮਾਲ ਵਿਖਾਇਆ? ਕਹਿਣ ਲੱਗਾ, ਜਿਹੜਾ ਬਾਗ 'ਚ ਸੰਤ ਆਇਆ ਸੀ ਨਾ, ਕੋਈ ਹੋਰ ਨਹੀਂ ਸੀ, ਉਹ ਮੈਂ ਹੀ ਸਾਂ। ਉਹ ਮੈਂ ਹੀ ਸੰਤ ਬਣ ਕੇ ਗਿਆ ਸਾਂ। ਹੈਰਾਨ ਹੋ ਗਿਆ ਰਾਜਾ ਤੇ ਕਹਿਣ ਲੱਗਾ, ਉਹ ਤੂੰ ਸੈਂ? ਬੜਾ ਬਦਬਖਤ ਬੰਦਾ। ਉਸ ਵੇਲੇ ਮੈਂ ਮੋਤੀਆਂ ਦਾ, ਹੀਰਿਆਂ ਦਾ ਥਾਲ ਤੇਰੇ ਅੱਗੇ ਰੱਖਿਆ
ਤੇ ਤੂੰ ਠੋਕਰ ਮਾਰ ਕੇ ਚਲਾ ਗਿਆ ਤੇ ਅੱਜ ਫੇਰ 500 ਰੁਪਈਆ ਮੰਗਣ ਆ ਗਿਆ, ਤੂੰ ਉਦੋਂ ਕਿਉਂ ਨਹੀਂ ਲਏ? ਕਹਿਣ ਲੱਗਾ ਰਾਜਨ ਗੱਲ ਤੇਰੀ ਠੀਕ ਹੈ, ਮੈਂ ਉਦੋਂ ਵੀ ਲੈ ਸਕਦਾ ਸਾਂ, ਪਰ ਉਦੋਂ ਮੈਂ ਇੱਕ ਸੰਤ ਦੇ ਭੇਖ ਵਿੱਚ ਸਾਂ। ਜੇ ਮੈਂ ਉਸ ਵੇਲੇ ਤੇਰੀ ਮਾਇਆ ਪ੍ਰਵਾਨ ਕਰ ਲੈਂਦਾ, ਸੰਤ ਦਾ ਭੇਖ ਕਲੰਕਤ ਹੋ ਜਾਣਾ ਸੀ। ਇੱਕ ਸੰਤ ਦਾ ਭੇਖ ਮੈਂ ਕਲੰਕਤ ਨਹੀਂ ਹੋਣ ਦਿੱਤਾ। ਪਰ ਗੁਰੂ ਸਵਾਰਿਓ, ਅੱਜ ਤੇ ਬਹੁਤੇ ਤੁਹਾਨੂੰ ਐਸੇ ਹੀ ਮਿਲਣਗੇ ਜਿਹੜੇ ਬਾਹਰ ਭੇਖ ਤੇ ਹੈ ਪਰ ਅੰਦਰ ਤਿਆਗ ਦੀ ਭਾਵਨਾ ਕੋਈ ਨਹੀਂ ਹੈ, ਅੰਦਰ ਤ੍ਰਿਸ਼ਨਾ ਦੀ ਭੁੱਖ ਹੈ। ਸੰਤ ਉਹ ਹੀ ਹੁੰਦਾ ਹੈ। ਅਸਲ ਵਿੱਚ ਸੰਤ ਕੌਣ ਹੈ? ਉਹ ਸੰਤ ਹੈ ਜਿਹਦੇ ਕੋਲ ਸਿਮਰਨ ਹੈ, ਜਿਹਦੇ ਕੋਲ ਨਿਮਰਤਾ ਹੈ, ਜਿਹਦੇ ਕੋਲ ਤਿਆਗ ਦੀ ਭਾਵਨਾ ਹੈ, ਉਹਨੂੰ ਕਹਿੰਦੇ ਨੇ ਸੰਤ। ਪਰ ਅੱਜ ਐਸੇ ਤੁਹਾਨੂੰ ਬਹੁਤ ਘੱਟ ਮਿਲਣਗੇ। ਹਾਂ, ਜਿਹਦੇ ਤੇ ਗੁਰੂ ਦੀ ਕਿਰਪਾ ਹੋ ਜਾਏ, ਗੁਰੂ ਦੀ ਬਖਸ਼ਿਸ਼ ਹੋ ਜਾਏ। ਮੈਂ ਪੜ੍ਹ ਰਿਹਾ ਸੀ, ਕਹਿੰਦੇ ਨੇ ਕੋਈ ਮਨੁੱਖ ਆਪਣੇ ਆਪ ਨੂੰ ਬੜਾ ਤਿਆਗੀ ਅਖਵਾਉਣ ਵਾਲਾ ਤੇ ਚਲਾ ਗਿਆ। ਇਹ ਵੀ ਕਹਿੰਦਾ ਸੀ ਕਿ ਜੋ ਮਿਲ ਜਾਏ ਅਸੀਂ ਤੇ ਜੀ ਛਕ ਲਈਦਾ, ਅਸੀਂ ਕਦੇ ਵੀ ਜ਼ਬਾਨ ਦੇ ਰਸ ਤੇ ਨਹੀਂ ਜਿਉਂਦੇ, ਜੋ ਮਿਲ ਗਿਆ ਉਹ ਛਕ ਲਈਦਾ। ਤੇ ਆਵਾਜ਼ ਦਿੱਤੀ, ਕਹਿਣ ਲੱਗਾ ਕਿ ਭੁੱਖ ਲੱਗੀ ਹੈ, ਪ੍ਰਸ਼ਾਦਾ ਛਕਾਓ। ਘਰ ਵਾਲਿਆਂ ਨੇ ਇੱਕ ਸੁੱਕਾ ਪ੍ਰਸ਼ਾਦਾ, ਉਹਦੇ ਤੇ ਥੋੜਾ ਜਿਹਾ ਨਮਕ ਰੱਖਿਆ ਤੇ ਦੇ ਦਿੱਤਾ। ਕਹਿਣ ਲੱਗੇ ਲਓ ਸੰਤ ਜੀ ਛਕ ਲਓ। ਹੁਣ ਵੇਖਦਿਆਂ ਸਾਰ ਅੰਦਰ ਕ੍ਰੋਧ ਨੇ ਜਨਮ ਲਿਆ ਤੇ ਕਹਿਣ ਲੱਗਾ ਤੁਹਾਨੂੰ ਕਿਸੇ ਅਕਲ ਨਹੀਂ ਦਿੱਤੀ, ਤੁਹਾਨੂੰ ਪਤਾ ਨਹੀਂ ਸੰਤਾਂ ਦੀ ਸੇਵਾ ਕਿਵੇਂ ਕਰੀਦੀ ਹੈ। ਤੁਸੀਂ ਤੁਹਾਡੇ ਘਰ ਸਬਜ਼ੀ ਕੋਈ ਨਹੀਂ, ਕੋਈ ਦਾਲ ਸਬਜ਼ੀ ਨਹੀਂ ਬਣਾਉਂਦੇ, ਸੁੱਕਾ ਪ੍ਰਸ਼ਾਦਾ ਦੇ ਦਿੱਤਾ ਛਕਣ ਲਈ। ਤੇ ਬੀਬੀ ਬੜੀ ਸਿਆਣੀ ਸੀ, ਕਹਿਣ ਲੱਗੀ ਬਾਬਾ ਜੀ ਸਾਡੇ ਕੋਲ ਤੇ ਜੋ ਹੈ ਸੀ ਅਸਾਂ ਦੇ ਦਿੱਤਾ, ਜੋ ਤੁਹਾਡੇ ਕੋਲੇ ਤੁਸੀਂ ਵਿੱਚ ਪਾ ਲਓ। ਬਾਬਾ ਜੀ ਤੁਸੀਂ ਕੁਝ ਵਿੱਚ ਪਾ ਲਓ। ਕਹਿਣ ਲੱਗਾ ਮੇਰੇ ਕੋਲ ਕੀ ਹੈ, ਮੈਂ ਕੁਝ ਨਹੀਂ ਪਾ ਸਕਦਾ। ਕਹਿਣ ਲੱਗੀ ਬਾਬਾ ਜੀ ਹੋਰ ਕੁਝ ਨਹੀਂ, ਥੋੜਾ ਜਿਹਾ ਸੰਤੋਖ ਹੀ ਵਿੱਚ ਪਾ ਲਓ, ਤੁਹਾਡੇ ਅੰਦਰ ਨੂੰ ਕਿਤੇ ਠੰਡ ਪੈ ਜਾਏ, ਤੁਹਾਡੇ ਅੰਦਰ ਦੀ ਅੱਗ ਬੁਝ ਜਾਏ। ਪਰ ਕੇਵਲ ਭੇਖ ਹੈ। ਕਹਿਣ ਨੂੰ ਕਹਿਣਗੇ, ਜਿਵੇਂ ਅਸੀਂ ਪੜ੍ਹਦੇ ਹਾਂ ਨਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮੇਂ ਹਰਿਦੁਆਰ ਦੀ ਧਰਤੀ ਤੇ ਇੱਕ ਪੰਡਤ ਓਮ ਸ਼ਾਂਤੀ ਸਵੇਰ ਤੋਂ ਵਿਖਾਵਾ ਵੀ ਹੈ ਕਿ ਇਹਦੇ ਵਰਗਾ ਸ਼ਾਂਤ ਕੋਈ ਨਹੀਂ। ਓਮ ਸ਼ਾਂਤੀ ਦਾ ਉਪਦੇਸ਼ ਸਾਰਿਆਂ ਨੂੰ ਕਰਦਾ ਫਿਰਦਾ। ਤੇ ਗੁਰੂ ਨਾਨਕ ਕਹਿਣ ਲੱਗੇ ਮਰਦਾਨਿਆ ਜਾ ਕੇ ਤੂੰ ਅੱਗ ਲੈ ਕੇ ਆ, ਭੋਜਨ ਤਿਆਰ ਕਰੀਏ। ਬਾਬਾ ਜੀ ਕਿੱਥੋਂ ਲੈ ਕੇ ਆਵਾਂ? ਕਹਿਣ ਲੱਗੇ ਉਹ ਸਾਹਮਣੇ ਅੱਗ ਬਲ ਰਹੀ ਹੈ, ਜਿੱਥੇ ਪੰਡਤ ਜੀ ਓਮ ਸ਼ਾਂਤੀ ਦਾ ਉਚਾਰਨ ਕਰਦੇ ਨੇ, ਕੰਨਾਂ ਵਿੱਚ ਆਵਾਜ਼ ਪੈ ਰਹੀ ਹੈ। ਤੇ ਭਾਈ ਮਰਦਾਨਾ ਜੀ ਅੱਗ ਲੈਣ ਵਾਸਤੇ ਗਏ। ਜਦੋਂ ਜਾ ਕੇ ਅੱਗ ਮੰਗੀ ਨਾ, ਤੇ ਜਿਹੜਾ ਓਮ ਸ਼ਾਂਤੀ ਦਾ ਗੀਤ ਗਾ ਰਿਹਾ ਸੀ ਸਵੇਰ ਦਾ, ਅੱਗ ਦਾ ਰੂਪ ਹੋ ਗਿਆ। ਕਹਿਣ ਲੱਗਾ ਹੱਦ ਹੋ ਗਈ, ਮੈਂ ਸਵੇਰ ਦਾ ਗਊ ਦਾ ਗੋਬਰ ਲਿਆ ਕੇ ਚੌਂਕਾ ਸੁੱਚਾ ਕੀਤਾ, ਮੈਂ ਕਾਰਾਂ ਕੱਢੀਆਂ, ਤੇ ਤੂੰ ਇੱਕ ਸ਼ੂਦਰ ਨੇ ਆ ਕੇ ਮੇਰਾ ਚੌਂਕਾ ਭ੍ਰਿਸ਼ਟ ਕਰ ਦਿੱਤਾ। ਮੇਰਾ ਤੇ ਜੀ ਕਰਦਾ ਤੈਨੂੰ ਅੱਗ ਦੇਣੀ ਕਿ ਤੈਨੂੰ ਇਸੇ ਅੱਗ ਨਾਲ ਸਾੜ ਕੇ ਸੁਆਹ ਕਰ ਦਿਆਂ। ਕਿਉਂਕਿ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਦੇਖੋ ਅੱਜ ਭਾਈ ਲਾਲੋ ਜੀ ਦਾ ਜਨਮ ਦਿਨ ਵੀ ਹੈ, ਅਖੰਡ ਪਾਠ ਸਾਹਿਬ ਵੀ ਰੱਖੇ ਨੇ, ਭੋਗ ਪੈਣੇ ਨੇ ਅੱਜ। ਗੁਰੂ ਨਾਨਕ ਜਿਸ ਨੇ ਨਿਮਾਣਿਆਂ ਨੂੰ, ਨੀਵਿਆਂ ਨੂੰ ਮਾਣ ਦਿੱਤਾ ਹੈ। ਗੁਰੂ ਨਾਨਕ ਨੇ ਐਵੇਂ ਨਹੀਂ ਸੀ ਲਹਿੰਦੇ ਵਾਲੇ ਪਾਸੇ ਨੂੰ ਪਾਣੀ ਸੁੱਟਿਆ। ਉਹਦਾ ਇੱਕ ਕਾਰਨ ਸੀ ਕਿ ਚੜ੍ਹਦੇ ਪਾਸੇ ਤੇ ਪਾਣੀ ਸਾਰੇ ਦਿੰਦੇ ਨੇ, ਲਹਿੰਦੇ ਪਾਸੇ ਪਾਣੀ ਦੇਣ ਵਾਲਾ ਕੇਵਲ ਗੁਰੂ ਨਾਨਕ ਦਾ ਹੀ ਘਰ ਹੈ। ਗਰੀਬਾਂ ਦੀ ਬਾਹ ਫੜਨ ਵਾਲਾ ਗੁਰੂ ਨਾਨਕ ਦਾ ਹੀ ਘਰ ਹੈ। ਤਾਂ ਗੁਰੂ ਸਵਾਰਿਓ, ਜਦੋਂ ਜਾ ਕੇ ਭਾਈ ਮਰਦਾਨੇ ਨੇ ਅੱਗ ਮੰਗੀ, ਅੱਗ ਦਾ ਰੂਪ ਹੋ ਗਿਆ। ਤੇ ਕੇਵਲ ਆਖਿਆ ਨਹੀਂ, ਭਾਈ ਮਰਦਾਨੇ ਦੇ ਮਗਰ ਬਲਦਾ ਹੋਇਆ ਚੋ ਫੜਿਆ ਤੇ ਮਾਰਨ ਵਾਸਤੇ ਦੌੜਿਆ। ਜਦੋਂ ਮਾਰਨ ਲਈ ਦੌੜਿਆ ਤੇ ਭਾਈ ਮਰਦਾਨਾ ਜੀ ਅੱਗੇ ਅੱਗੇ ਪਹੁੰਚ ਗਏ ਗੁਰੂ ਨਾਨਕ ਦੇ ਚਰਨਾਂ ਵਿੱਚ। ਜਾ ਕੇ ਚਰਨਾਂ ਤੇ ਸੀਸ ਰੱਖਿਆ ਤੇ ਸਾਹਿਬ ਨੇ ਮੁਬਾਰਕ ਨੇਤਰ ਖੋਲੇ ਤੇ ਹੱਸ ਕੇ ਕਹਿਣ ਲੱਗੇ ਮਰਦਾਨਿਆ ਆ ਗਿਆ, ਤੈਨੂੰ ਤੇ ਅੱਗ ਲੈਣ ਭੇਜਿਆ ਸੀ, ਅੱਗ ਲੈ ਆਇਆ। ਤੇ ਭਾਈ ਮਰਦਾਨਾ ਹੱਸ ਕੇ ਕਹਿਣ ਲੱਗੇ ਬਾਬਾ
ਤੁਸੀਂ ਤੇ ਅੱਗ ਲੈਣ ਭੇਜਿਆ ਸੀ ਨਾ, ਵੇਖੋ ਪਿੱਛੇ ਪੂਰਾ ਤੰਦੂਰ ਹੀ ਮੱਘਦਾ ਤੁਰਿਆ ਆਉਂਦਾ ਜੇ। ਜਿਹੜਾ ਓਮ ਸ਼ਾਂਤੀ ਕਰਦਾ ਸੀ ਨਾ, ਅਸਲ ਵਿੱਚ ਅੱਗ ਦਾ ਰੂਪ ਹੈ। ਬਾਹਰੋਂ ਇਸ ਦਾ ਭੇਖ ਕੁਝ ਹੋਰ ਹੈ, ਅੰਦਰ ਕੁਝ ਹੋਰ ਹੈ। ਤੇ ਸੱਚ ਜਾਣਿਓ, ਜੇ ਅੰਦਰ ਸ਼ਾਂਤੀ ਨਹੀਂ ਤੇ ਬਾਹਰ ਦਾ ਭੇਖ ਕੇਵਲ ਵਿਖਾਵਾ ਹੈ। ਜੇ ਅੰਦਰ ਤ੍ਰਿਪਤੀ ਨਹੀਂ ਤੇ ਬਾਹਰੋਂ ਜਿੰਨਾ ਮਰਜ਼ੀ ਆਪਣੇ ਆਪ ਨੂੰ ਤਿਆਗੀ ਖਵਾਈ ਜਾਏ। ਮੇਰੇ ਸਾਹਿਬ ਜੀ ਇਹੀ ਅੱਜ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਕਿ ਇਹਦੇ ਨਾਲ, ਭੇਖ ਦੇ ਨਾਲ ਭੁੱਖ ਨਹੀਂ ਮਿਟ ਸਕਦੀ ਹੈ। ਦੁੱਖ ਲੱਗੈ ਘਰ ਘਰ ਫਿਰੈ, ਅੱਗੇ ਦੂਣੀ ਮਿਲੈ ਸਜਾਏ। ਕਹਿੰਦੇ ਨੇ ਉਹ ਦੁਖੀ ਹੋ ਕੇ ਘਰ ਘਰ ਭਟਕਦਾ ਫਿਰਦਾ ਔਰ ਅੱਗੇ ਦੂਣੀ ਮਿਲੇ ਸਜਾਏ। ਅੱਗੇ ਦਰਗਾਹ ਵਿੱਚ ਵੀ ਉਹਨਾਂ ਨੂੰ ਸਜ਼ਾ ਮਿਲਦੀ ਹੈ। ਅੰਦਰ ਸਹਿਜ ਨ ਆਇਓ, ਸਹਜੇ ਹੀ ਲੈ ਖਾਏ। ਪਰ ਕਹਿੰਦੇ ਨੇ ਅੰਦਰ ਸਹਿਜ ਨਹੀਂ, ਅੰਦਰ ਦਾ ਟਿਕਾਓ ਨਹੀਂ, ਤੇ ਸਹਿਜੇ ਹੀ ਲੈ ਖਾਏ। ਭਾਵ ਕਿ ਜੋ ਮਿਲਿਆ ਉਸ ਨੂੰ ਸਤ ਕਾ ਕਰਤਾਰ ਕਹਿ ਕੇ ਤੇ ਛਕ ਲੈਣਾ, ਸਤਨਾਮ ਕਹਿ ਕੇ ਛਕ ਲੈਣਾ, ਸ਼ੁਕਰਾਨਾ ਕਰਕੇ ਛਕ ਲੈਣਾ। ਐਸਾ ਅੰਦਰ ਸਹਿਜ ਉਸ ਦੇ ਪੈਦਾ ਹੀ ਨਹੀਂ ਹੋਇਆ ਹੈ। ਮਨ ਹਠ ਜਿਸ ਤੇ ਮੰਗਣਾ, ਲੈਣਾ ਦੁੱਖ ਮਨਾਏ। ਕਹਿੰਦੇ ਨੇ ਮਨ ਹੱਠ ਕਰਕੇ ਜਿਹੜੇ ਮੰਗਦੇ ਨੇ, ਫਿਰ ਆਪਣੀ ਮਰਜ਼ੀ ਦਾ ਮੰਗਣਾ, ਉਹ ਕਹਿੰਦੇ ਨੇ ਆਪ ਵੀ ਦੁਖੀ ਹੁੰਦੇ ਨੇ ਤੇ ਜਿਨ੍ਹਾਂ ਦੇ ਕੋਲੋਂ ਮੰਗਦੇ ਨੇ ਉਹਨਾਂ ਨੂੰ ਵੀ ਦੁਖੀ ਕਰਦੇ ਹਨ। ਇਸ ਭੇਖੈ ਥਾਵੋ ਗਿਰਹੋ ਭਲਾ, ਜਿੱਥੋਂ ਕੋ ਵਰਸਾਏ। ਕਹਿੰਦੇ ਨੇ ਇਸ ਭੇਖ ਦੇ ਨਾਲੋਂ ਤੇ ਗ੍ਰਸਤੀ ਚੰਗੇ, ਜਿੱਥੋਂ ਸਾਰਿਆਂ ਦੇ ਕਾਰਜ ਰਾਸ ਹੁੰਦੇ ਨੇ। ਇਸੇ ਕਰਕੇ ਗ੍ਰਸਤ ਨੂੰ ਇੰਨੀ ਮਹਾਨਤਾ ਦਿੱਤੀ ਗਈ ਹੈ। ਗੁਰੂ ਸਵਾਰਿਓ, ਕੁਝ ਉਹ ਲੋਕ ਸਨ ਜਿਹੜੇ ਕਹਿੰਦੇ ਸਨ ਕਿ ਜਿਹੜੇ ਕਰਤਾਰੀ ਨੇ ਉਹ ਸੰਸਾਰੀ ਨਹੀਂ ਹੋ ਸਕਦੇ, ਜਿਹੜੇ ਸੰਸਾਰੀ ਨੇ ਨਾ ਉਹ ਕਰਤਾਰੀ ਨਹੀਂ ਹੋ ਸਕਦੇ। ਜਿਹੜੇ ਸੰਸਾਰੀ ਸਨ ਉਹਨਾਂ ਨੇ ਮਾਇਆ ਤੇ ਬੜੀ ਇਕੱਠੀ ਕਰ ਲਈ, ਪਰ ਅੰਦਰ ਨੂੰ ਤ੍ਰਿਪਤੀ ਨਾ ਮਿਲੀ, ਉਹ ਫਿਰ ਕਰਤਾਰੀਆਂ ਦੇ ਬੂਹਿਆਂ ਤੇ ਜਾ ਕੇ ਮੱਥੇ ਰਗੜਦੇ ਰਹੇ। ਪਰ ਜਿਹੜੇ ਕਰਤਾਰੀ ਸਨ ਉਹਨਾਂ ਨੇ ਘਰ-ਬਾਰ ਤੇ ਛੱਡ ਦਿੱਤਾ, ਪਰ ਉਹ ਡੇਰਾ ਬਣਾ ਕੇ ਬੈਠ ਗਏ। ਜੇ ਬੱਚਿਆਂ ਦਾ ਤਿਆਗ ਕੀਤਾ ਤੇ ਚੇਲੇ ਬਣਾ ਕੇ ਬੈਠ ਗਏ। ਤਿਆਗ ਉਹ ਵੀ ਕੁਝ ਵੀ ਨਾ ਕਰ ਸਕੇ। ਤੇ ਬਾਬਾ ਫਰੀਦ ਜੀ ਦਾ ਇੱਕ ਬੜਾ ਪਿਆਰਾ ਬਚਨ ਆਉਂਦਾ ਹੈ। ਬਾਬਾ ਜੀ ਕਹਿੰਦੇ ਨੇ, ਫਰੀਦਾ ਰਾਤੀ ਵੱਡੀਆਂ ਤੁਖ ਤੁਖ ਉਠਣ ਪਾਸ, ਤ੍ਰਿਗ ਤਿਨਾਂ ਦਾ ਜੀਵਿਆ ਜਿੰਨਾ ਵਡਾਣੀ ਆਸ। ਵਡਾਣੀ ਕਹਿੰਦੇ ਨੇ ਬਗਾਨੀ ਆਸ ਨੂੰ। ਕਹਿੰਦੇ ਨੇ ਤਰਕਾਰ ਹੈ ਉਹਨਾਂ ਦੇ ਜੀਵਨ ਤੇ ਜਿਹੜੇ ਦੂਜਿਆਂ ਦੀ ਆਸ ਲਾ ਕੇ ਬੈਠੇ ਨੇ। ਸੰਸਾਰੀ ਕਰਤਾਰੀਆਂ ਦੇ ਆਸਰੇ ਜਿਉਂਦੇ ਨੇ, ਕਰਤਾਰੀ ਸੰਸਾਰੀਆਂ ਦੇ ਆਸਰੇ। ਉਹ ਨਾਮ ਜਪ ਕੇ ਤੇ ਅੱਗੇ ਨਿਕਲ ਗਏ, ਪਰ ਉਹਨਾਂ ਨੂੰ ਪੇਟ ਦੀ ਅੱਗ ਬੁਝਾਉਣ ਵਾਸਤੇ ਫਿਰ ਗ੍ਰਸਤੀਆਂ ਦੇ ਬੂਹੇ ਤੇ ਆ ਕੇ ਮੰਗਣਾ ਪਿਆ। ਉਹਨਾਂ ਦੇ ਬੂਹੇ ਤੇ ਆ ਕੇ ਅਲੱਖ ਜਗਾਣੀ ਪਈ, ਉੱਥੇ ਆ ਕੇ ਖਲੋਣਾ ਪਿਆ। ਤੇ ਗੁਰੂ ਸਵਾਰਿਓ, ਮੇਰੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਨਹੀਂ, ਜਿਹੜੇ ਮਨ ਹੱਠ ਕਰਕੇ ਮੰਗਦੇ ਨੇ ਨਾ, ਉਹ ਦੂਜਿਆਂ ਨੂੰ ਵੀ ਦੁਖੀ ਕਰਦੇ ਨੇ, ਉਹ ਆਪ ਵੀ ਦੁਖੀ ਹੁੰਦੇ ਨੇ। ਔਰ ਕਹਿੰਦੇ ਨੇ ਇਹਨਾਂ ਨਾਲੋਂ ਤੇ ਗ੍ਰਸਤੀ ਲੋਕ ਹੀ ਚੰਗੇ ਹਨ। ਸ਼ਬਦ ਰਤੇ ਤਿਨਾ ਸੋਜੀ ਪਈ, ਦੂਜੇ ਭਰਮ ਭੁਲਾਏ। ਜਿਹੜੇ ਸ਼ਬਦ ਦੇ ਵਿੱਚ ਰੰਗੇ ਗਏ ਉਹਨਾਂ ਨੂੰ ਇਸ ਗੱਲ ਦੀ ਸੋਝੀ ਪੈਂਦੀ ਏ, ਦੂਜੇ ਲੋਕ ਤੇ ਕੇਵਲ ਭਟਕਣਾ ਵਿੱਚ ਹੀ ਭਟਕਦੇ ਰਹਿੰਦੇ ਹਨ। ਪਿਆ ਕਿਰਤ ਕਮਾਵਨਾ, ਕਹਿਣਾ ਕਛੂ ਨਾ ਜਾਏ। ਪਿਆ ਕਿਰਤ ਕਮਾਵਣਾ ਦਾ ਅਰਥ ਹੁੰਦਾ ਹੈ ਜਿਹੜੇ ਪੂਰਬਲੇ ਕਰਮਾਂ ਕਰਕੇ ਮਨੁੱਖ ਜਿਹੜੇ ਨਾ ਆਪਣੇ ਕਰਮਾਂ ਕਰਕੇ ਇੱਥੇ ਵੀ ਕੰਮ ਕਰਦੇ ਨੇ। ਕਹਿੰਦੇ ਨੇ ਇੱਥੇ ਕਿਹਾ ਕਛੂ ਨਾ ਜਾਏ, ਕੁਛ ਵੀ ਆਖਿਆ ਨਹੀਂ ਜਾ ਸਕਦਾ ਹੈ। ਨਾਨਕ ਜੋ ਤਿਸ ਭਾਵੈ ਸੇ ਭਲੇ, ਜਿਨ ਕੀ ਪਤ ਪਾਵੈ ਥਾਏ। ਇਹ ਸਾਹਿਬ ਕਹਿੰਦੇ ਨੇ, ਹੇ ਨਾਨਕ, ਉਹ ਚੰਗੇ ਨੇ ਜਿਹੜੇ ਭਲੇ ਨੇ। ਸੇ ਭਲੇ ਕਿਹੜੇ? ਨਾਨਕ ਜੋ ਤਿਸ ਭਾਵ ਹੈ, ਜਿਹੜੇ ਤੈਨੂੰ ਭਾ ਗਏ। ਹੇ ਪ੍ਰਮਾਤਮਾ, ਜਿਹੜੇ ਤੇਰੀ ਨਜ਼ਰ ਵਿੱਚ ਪ੍ਰਵਾਨ ਹੋ ਗਏ, ਉਹ ਹੀ ਚੰਗੇ ਨੇ। ਜਿਨ ਕੀ ਪਤ ਪਾਵੈ ਥਾਏ, ਉਹਨਾਂ ਦੀ ਪਤ
ਦਰਗਾਹ ਵਿੱਚ ਵੀ ਉਹ ਪਤ ਸੇਤੀ ਜਾਂਦੇ ਨੇ, ਪ੍ਰਵਾਨ ਹੁੰਦੀ ਏ। ਉਹਨਾਂ ਦੀ ਲੋਕ ਵਿੱਚ ਵੀ ਇੱਜ਼ਤ, ਉਹਨਾਂ ਦੀ ਪਰਲੋਕ ਵਿੱਚ ਵੀ ਇੱਜ਼ਤ ਰਹਿੰਦੀ ਹੈ। ਮਹੱਲਾ ਤੀਜਾ। ਸਤਿਗੁਰ ਸੇਵਿਆ ਸਦਾ ਸੁਖ, ਜਨਮ ਮਰਨ ਦੁਖ ਜਾਏ। ਜਿਹੜੇ ਗੁਰੂ ਦੀ ਚਰਨੀ ਲੱਗਦੇ ਨੇ ਉਹਨਾਂ ਨੂੰ ਸਦੀਵੀ ਸੁਖ ਦੀ ਪ੍ਰਾਪਤੀ ਹੁੰਦੀ ਹੈ, ਔਰ ਜਨਮ ਮਰਨ ਦੁੱਖ ਜਾਏ। ਇਹਦਾ ਅਰਥ ਇਹ ਵੀ ਹੈ ਕਿ ਜਨਮ ਤੋਂ ਲੈ ਕੇ ਮਰਨ ਤੱਕ ਜਿਹੜਾ ਮਨੁੱਖ ਦੁੱਖ ਹੀ ਭੋਗਦੇ ਰਹਿੰਦੇ ਨੇ ਨਾ, ਉਹਨਾਂ ਦੇ ਸਾਰੇ ਦੁੱਖ ਕੱਟੇ ਜਾਂਦੇ ਹਨ। ਚਿੰਤਾ ਮੂਲ ਨਾ ਹੋਵਈ, ਅਚਿੰਤ ਵਸੈ ਮਨ ਆਏ। ਜਿਹੜਾ ਉਹ ਅਚਿੰਤ ਕੌਣ ਹੈ? ਪਰਿਪੂਰਨ ਪਰਮਾਤਮਾ। ਉਹ ਜਿਨ੍ਹਾਂ ਦੇ ਹਿਰਦੇ ਵਿੱਚ ਫਿਰ ਵਸ ਜਾਂਦਾ ਹੈ ਨਾ, ਉਹਨਾਂ ਨੂੰ ਕਿਸੇ ਪ੍ਰਕਾਰ ਦੀ ਫਿਰ ਕੋਈ ਚਿੰਤਾ ਨਹੀਂ ਰਹਿ ਜਾਂਦੀ ਹੈ। ਅੰਤਰ ਤੀਰਥ ਗਿਆਨ ਹੈ, ਸਤਿਗੁਰ ਦੀਆ 부ਝਾਏ। ਸਤਿਗੁਰ ਦੀਆ ਬੁਝਾਏ, ਗੁਰੂ ਨੇ ਸੋਝੀ ਬਖਸ਼ਿਸ਼ ਕਰ ਦਿੱਤੀ ਵੀ ਗਿਆਨ ਰੂਪੀ ਤੀਰਥ ਜਿਹੜਾ ਹੈ ਨਾ, ਉਹ ਤੁਹਾਡੇ ਅੰਦਰ ਹੈ। ਬਾਹਰ ਠਾਠਾਂ ਤੀਰਥਾਂ ਤੇ ਭਟਕਣ ਦੀ ਲੋੜ ਨਹੀਂ। ਜਿਨ੍ਹਾਂ ਨੂੰ ਅੰਦਰ ਸੋਝੀ ਪੈ ਗਈ, ਉਹ ਨਾਮ ਦੀ ਸੋਝੀ ਪੈ ਗਈ, ਬਾਣੀ ਦੀ ਸੋਝੀ ਪੈ ਗਈ, ਉਹਨਾਂ ਦੇ ਅੰਦਰ ਹੀ ਤੀਰਥ ਹੈ। ਪਰ ਇਹ ਸੋਝੀ ਗੁਰੂ ਤੋਂ ਪ੍ਰਾਪਤ ਹੋਈ ਹੈ। ਮੈਲ ਗਈ ਮਨ ਨਿਰਮਲ ਹੋਆ, ਅੰਮ੍ਰਿਤਸਰ ਤੀਰਥ ਨਾਏ। ਜਿਹੜੇ ਨਾਮ ਰੂਪੀ ਤੀਰਥ ਵਿੱਚ ਜਿਨ੍ਹਾਂ ਨੇ ਇਸ਼ਨਾਨ ਕਰ ਲਿਆ ਨਾ, ਉਹਨਾਂ ਦੀ ਸਾਰੀ ਮੈਲ ਜਿਹੜੀ ਹੈ ਉਹ ਉਤਰ ਗਈ। ਕਿਹੜੀ ਮੈਲ? ਜਿਹੜੀ ਪਾਪਾਂ ਦੀ ਮੈਲ ਸੀ, ਜਿਹੜੇ ਕੀਤੇ ਹੋਏ ਕਰਮਾਂ ਦੀ ਮੈਲ ਸੀ। ਮੈਂ ਕਈ ਵਾਰੀ ਬੇਨਤੀ ਕੀਤੀ ਹੈ ਕਿ ਮਨੁੱਖ 10 ਪਾਪ ਨੇ, ਜਿਨ੍ਹਾਂ ਚੋਂ 4 ਪਾਪ ਜ਼ੁਬਾਨ ਦੇ ਨੇ, 3 ਪਾਪ ਤਨ ਦੇ ਨੇ, 3 ਪਾਪ ਮਨ ਦੇ ਨੇ। ਇਸ ਤਰ੍ਹਾਂ ਗਿਣਤੀ 10 ਬਣਦੀ ਹੈ, ਔਰ ਹੌਲੀ ਹੌਲੀ ਰਿਪੀਟ ਹੋ ਕੇ ਇੰਨੇ ਕੁ ਪਾਪ ਇਕੱਠੇ ਹੋ ਜਾਂਦੇ ਨੇ। ਪਰ ਜੇ ਕੋਈ ਆਖੇ ਕਿ ਸਾਬਣ ਨਾਲ ਧੋ ਕੇ ਜਾਂ ਤੀਰਥਾਂ ਦਾ ਇਸ਼ਨਾਨ ਕਰਕੇ, ਗੰਗਾ ਦਾ ਇਸ਼ਨਾਨ ਕਰਕੇ ਇਹ ਪਾਪ ਜਿਹੜੇ ਨੇ ਧੁੱਪ ਜਾਣ, ਤੇ ਨਹੀਂ ਧੁੱਪ ਸਕਦੇ। ਸਾਹਿਬ ਜੀ ਕਹਿੰਦੇ ਨੇ ਨਾ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਵੇਂ ਕੇ ਰੰਗ। ਇਹ ਕੇਵਲ ਨਾਮ ਦੇ ਨਾਲ, ਬਾਣੀ ਦੇ ਨਾਲ ਇਹ ਮੈਲ ਜਿਹੜੀ ਏ ਇਹ ਉਤਰਦੀ ਏ। ਸਾਹਿਬ ਕਹਿੰਦੇ ਨੇ, ਜਿਨ੍ਹਾਂ ਨੂੰ ਨਾਮ ਰੂਪੀ ਤੀਰਥ ਵਿੱਚ ਜਿਨ੍ਹਾਂ ਨੇ ਇਸ਼ਨਾਨ ਕਰ ਲਿਆ ਨਾ, ਉਹਨਾਂ ਦੀ ਮੈਲ ਜਿਹੜੀ ਏ ਸਾਰੀ ਉਤਰ ਗਈ, ਔਰ ਉਹਨਾਂ ਦਾ ਮਨ ਨਿਰਮਲ ਹੋ ਗਿਆ ਹੈ। ਸੱਜਣ ਮਿਲੇ ਸੱਜਣਾ, ਸੱਚਾ ਸ਼ਬਦ ਸੁਭਾਏ। ਸੱਚੇ ਸ਼ਬਦ ਸੁਭਾਏ ਕਹਿੰਦੇ ਨੇ, ਸੱਚੇ ਸ਼ਬਦ ਭਾਵ ਜਿਹੜਾ ਸਦੀਵੀ ਰਹਿਣ ਵਾਲਾ ਸ਼ਬਦ ਹੈ, ਉਹ ਕੇਵਲ ਬਾਣੀ ਹੈ। ਬਾਣੀ ਦਾ ਸ਼ਬਦ, ਉਸ ਪਰਮਾਤਮਾ ਦੇ ਬੋਲ, ਉਹ ਜਿਨ੍ਹਾਂ ਦੇ ਸਹਿਜੇ ਹੀ ਅੰਦਰ ਟਿਕ ਜਾਂਦੇ ਨੇ ਨਾ, ਤੇ ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਜਿਨ੍ਹਾਂ ਦੇ ਅੰਦਰ ਇਹ ਸ਼ਬਦ ਟਿਕ ਗਿਆ, ਸਤਿਗੁਰ ਜਿਨ੍ਹਾਂ ਦੇ ਅੰਦਰ, ਦੁਬਾਰਾ ਪੜੋ ਜੀ। ਸੱਜਣ ਮਿਲੇ ਸੱਜਣਾ, ਸੱਚਾ ਸ਼ਬਦ ਸੁਭਾਏ। ਜਿਨ੍ਹਾਂ ਦੇ ਅੰਦਰ ਸ਼ਬਦ ਟਿਕ ਗਿਆ ਗੁਰੂ ਦੀ ਕਿਰਪਾ ਦੁਆਰਾ, ਉਹਨਾਂ ਨੂੰ ਕਹਿੰਦੇ ਨੇ ਫਿਰ ਸੱਜਣ ਮਿਲੇ ਸੱਜਣਾ। ਉਹ ਸਤ ਸੰਗੀਆਂ ਨੂੰ ਸਤ ਸੰਗੀ ਮਿਲ ਪੈਂਦੇ ਨੇ, ਰੱਬ ਦੇ ਪਿਆਰਿਆਂ ਨੂੰ ਫਿਰ ਰੱਬ ਦੇ ਪਿਆਰੇ ਮਿਲ ਪੈਂਦੇ ਨੇ। ਅਸੀਂ ਅਰਦਾਸ ਕਰਦੇ ਹਾਂ ਨਾ ਕਿ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਵੇਖਿਓ, ਜੋ ਬੰਦੇ ਦੀ ਬਿਰਤੀ ਹੋਵੇ ਨਾ ਜੀ, ਜੇ ਕੋਈ ਬੰਦਾ ਸ਼ਰਾਬੀ ਹੈ ਤੇ ਉਹਨੂੰ ਸ਼ਰਾਬੀ ਬੰਦਾ ਵਲ ਪਾ ਕੇ ਮਿਲ ਪੈਂਦਾ ਹੈ। ਜੇ ਕੋਈ ਬੰਦਾ ਨਸ਼ੇੜੀ ਹੈ, ਉਹਨੂੰ ਨਸ਼ੇੜੀ ਕੋਈ ਨਾ ਕੋਈ ਮਿਲ ਪਵੇਗਾ। ਦੁਰਾਚਾਰੀਆਂ ਨੂੰ ਦੁਰਾਚਾਰੀ ਮਿਲ ਪੈਂਦੇ ਨੇ। ਪਰ ਇਸੇ ਤਰ੍ਹਾਂ ਜਿਨ੍ਹਾਂ ਦੇ ਹਿਰਦੇ 'ਚ ਸ਼ਬਦ ਵਸ ਜਾਂਦਾ ਹੈ, ਸ਼ਬਦ ਦੀ ਕਿਰਪਾ ਦੇ ਨਾਲ ਸਤ ਸੰਗੀਆਂ ਨੂੰ ਸਤ ਸੰਗੀਆਂ ਦਾ ਮਿਲਾਪ ਹੋ ਜਾਂਦਾ ਹੈ। ਘਰ ਹੀ ਪਰਚਾ ਪਾਇਆ, ਜੋਤੀ ਜੋਤ ਮਿਲਾਏ। ਉਹਨਾਂ ਦੇ ਹਿਰਦੇ ਵਿੱਚ ਫਿਰ ਸ਼ਬਦ ਨਾਮ ਟਿਕ ਜਾਂਦਾ ਹੈ, ਔਰ ਇਹਦੀ ਕਿਰਪਾ ਦੇ ਨਾਲ
ਪਰਮਾਤਮਾ ਅੰਦਰੋਂ ਹੀ ਪ੍ਰਗਟ ਹੋ ਜਾਂਦਾ ਹੈ। ਫਿਰ ਇਹ ਜੋਤ ਜਿਹੜੀ ਹੈ ਨਾ, ਉਸ ਪਰਮ ਜੋਤ ਦੇ ਵਿੱਚ ਟਿਕ ਜਾਂਦੀ ਹੈ, ਮਨ ਉਹਦੇ ਵਿੱਚ ਸਦੀਵੀ ਟਿਕ ਜਾਂਦਾ ਹੈ। ਪਾਖੰਡ ਜਮ ਕਾਲ ਨਾ ਛੋੜਈ, ਲੈ ਜਾਸੀ ਪਤ ਗਵਾਏ। ਪਰ ਜਿਹੜੇ ਪਖੰਡੀ ਲੋਕ ਨੇ, ਪਾਖੰਡ ਜਮ ਕਾਲ ਨਾ ਛੋੜਈ, ਲੈ ਜਾਸੀ ਪਤ ਗਵਾਏ, ਕਹਿੰਦੇ ਨੇ ਉਹ ਇਸ ਸੰਸਾਰ ਤੋਂ ਆਪਣੀ ਇੱਜ਼ਤ ਗਵਾ ਕੇ ਜਾਂਦੇ ਨੇ, ਔਰ ਉਹਨਾਂ ਦੇ ਜਮ ਕਾਲ ਨਾ ਛੋੜੇ, ਮੌਤ ਦਾ ਡਰ ਉਹਨਾਂ ਦੇ ਅੰਦਰੋਂ ਕਦੇ ਵੀ ਖਤਮ ਨਹੀਂ ਹੁੰਦਾ ਹੈ। ਨਾਨਕ ਨਾਮ ਰਤੇ ਸੇ ਉਬਰੇ, ਸੱਚੇ ਸਿਉ ਲਿਵ ਲਾਏ। ਇਹ ਨਾਨਕ ਆਖ ਜਿਹੜੇ ਨਾਮ ਵਿੱਚ ਰੰਗੇ ਗਏ, ਉਹ ਇਸ ਡਰ ਤੋਂ, ਇਸ ਮੌਤ ਤੋਂ, ਜਮਾਂ ਦੇ ਭੈ ਤੋਂ ਉਭਰੇ ਭਾਵ ਉੱਪਰ ਉੱਠ ਜਾਂਦੇ ਹਨ। ਸੱਚੇ ਸਿਉ ਲਿਵ ਲਾਏ, ਉਹ ਨਾਮ ਦੇ ਨਾਲ ਹਮੇਸ਼ਾ ਆਪਣੀ ਸੁਰਤ ਨੂੰ ਜੋੜ ਕੇ ਰੱਖਦੇ ਹਨ। ਪੌੜੀ ਤਿਤ ਜਾਏ ਬਹੁ ਸਤ ਸੰਗਤੀ, ਜਿੱਥੈ ਹਰ ਕਾਰ ਨਾਮ ਬਿਲੋਈਐ। ਹੇ ਭਾਈ, ਕਹਿੰਦੇ ਨੇ ਤਿਤ ਜਾਏ ਬਹੁ ਸਤ ਸੰਗਤੀ, ਕਿੱਥੇ ਜਾ ਕੇ ਬਹਿਣਾ? ਦੁਰਾਚਾਰੀਆਂ ਦੀ ਸੰਗਤ ਵਿੱਚ ਨਹੀਂ ਬਹਿਣਾ, ਮਾੜੀ ਸੰਗਤ ਵਿੱਚ ਨਹੀਂ ਬਹਿਣਾ। ਫਿਰ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਉੱਥੇ ਜਾ ਕੇ ਬਵੋ ਜਿੱਥੇ ਪਰਮਾਤਮਾ ਦਾ ਨਾਮ ਸਿਮਰਿਆ ਜਾਂਦਾ ਹੈ, ਜਿੱਥੇ ਉਹਦੀ ਸਿਫਤ ਸਲਾਹ ਕੀਤੀ ਜਾਂਦੀ ਹੈ। ਸਹਜੇ ਹੀ ਹਰ ਨਾਮ ਲੇਹੋ, ਹਰ ਤਤ ਨਾ ਖੋਈਐ। ਔਰ ਉੱਥੇ ਵੀ ਸਹਿਜੇ ਹੀ ਹਰ ਨਾਮ ਲਿਓ, ਹਰ ਤਤ ਨਾ ਖੋਈਏ। ਕਹਿੰਦੇ ਨੇ ਕਿ ਨਾਮ ਜਪਣਾ, ਪਰ ਸਹਿਜ ਅਵਸਥਾ ਵਿੱਚ ਜਪਣਾ ਨਾਮ, ਬੜੇ ਪਿਆਰ ਦੇ ਨਾਲ ਟਿਕ ਕੇ। ਇਹ ਨਹੀਂ ਕਿ ਵਾਹਿਗੁਰੂ ਵਾਹਿਗੁਰੂ ਕਰਦਿਆਂ ਵਾਲ ਖੁੱਲ ਜਾਣ, ਪੱਗਾਂ ਲੈ ਜਾਣ, ਤੇ ਉਹਨੂੰ ਸਿਮਰਨ ਨਹੀਂ ਜੇ ਆਖਦੇ। ਹਰ ਕਾ ਬਲੋਵਣਾ, ਬਲੋਵੋ ਮੇਰੇ ਭਾਈ, ਸਹਿਜ ਬਲੋਵੋ ਜੈਸੇ ਤਤ ਨਾ ਜਾਈ। ਜਦੋਂ ਪੁਰਾਣੀਆਂ ਬਜ਼ੁਰਗ ਮਾਤਾਵਾਂ ਹੱਥ ਦੇ ਨਾਲ ਮਧਾਣੀ ਲੈ ਕੇ ਦੁੱਧ ਰਿੜਕਦੀਆਂ ਸਨ ਨਾ, ਤੇ ਉਹ ਬੜੀ ਸਹਿਜ ਅਵਸਥਾ ਵਿੱਚ ਰਿੜਕਦੀਆਂ ਸਨ। ਨਾ ਜੇ ਤੇ ਬਹੁਤਾ ਹੌਲੀ ਰਿੜਕਿਆ ਜਾਏ ਤੇ ਫਿਰ ਵੀ ਤਤ ਮੱਖਣ ਦੀ ਪ੍ਰਾਪਤੀ ਨਹੀਂ ਹੁੰਦੀ, ਤੇ ਜੇ ਬਹੁਤਾ ਤੇਜ਼ ਰਿੜਕਿਆ ਜਾਏ ਤੇ ਫਿਰ ਵੀ ਗੱਲ ਨਹੀਂ ਬਣਦੀ। ਇਸ ਕਰਕੇ ਸਹਿਜ ਅਵਸਥਾ ਵਿੱਚ ਕਹਿੰਦੇ ਨੇ ਪਰਮਾਤਮਾ ਦਾ ਨਾਮ ਵੀ ਲੈਣਾ ਤੇ ਸਹਿਜ ਅਵਸਥਾ ਵਿੱਚ ਲੈਣਾ ਹੈ। ਨਿਤ ਜਪਿਓ ਹਰ ਹਰ ਦਿਨਸ ਰਾਤ, ਹਰ ਦਰਗਾਹ ਢੋਈਐ। ਕਹਿੰਦੇ ਨੇ ਨਿਤ ਜਪਿਓ ਹਰ ਹਰ ਦਿਨ ਸਰਾਤ, ਹਰ ਦਰਗਾਹ ਢੋਈਐ। ਕਹਿੰਦੇ ਨੇ ਕਿ ਪਰਮਾਤਮਾ ਦਾ ਨਾਮ ਜਿਹੜਾ ਨਾ, ਉਹ ਦਿਨੇ ਰਾਤ ਜਪਣਾ ਹੈ, ਔਰ ਇਹ ਹੀ ਇੱਕ ਢੋਆ ਹੈ ਜਿਹੜਾ ਹਰੀ ਦੀ ਦਰਗਾਹ ਵਾਸਤੇ ਸਹਾਇਤਾ ਕਰ ਸਕਦਾ ਹੈ। ਸੋ ਪਾਏ ਪੂਰਾ ਸਤਿਗੁਰੂ, ਜਿਸ ਧੁਰ ਮਸਤਕ ਲਿਲਾਟ ਲਿਖੋਈਐ। ਪਰ ਕਹਿੰਦੇ ਨੇ ਉਹ ਹੀ ਪੂਰਾ ਸਤਿਗੁਰੂ ਪਾ ਸਕਦੇ ਨੇ। ਕੌਣ? ਜਿਨ੍ਹਾਂ ਦੇ ਮਸਤਕ ਤੇ ਧੁਰੋਂ ਚੰਗੇ ਭਾਗ ਲਿਖੇ ਹੋਣ। ਦੂਜਿਆਂ ਨੂੰ ਪੂਰਾ ਸਤਿਗੁਰੂ ਨਹੀਂ ਮਿਲਦਾ। ਮੈਂ ਕਈ ਵਾਰੀ ਬੇਨਤੀ ਕਰਨਾ ਕਿ ਜੇ ਪੂਰਾ ਗੁਰੂ ਮਿਲ ਪਏ, ਪੂਰਾ ਗੁਰੂ ਕਦੋਂ ਮਿਲਦਾ? ਜਦੋਂ ਵਾਹਿਗੁਰੂ ਦੀ ਜਿਨ੍ਹਾਂ ਤੇ ਕਿਰਪਾ ਹੁੰਦੀ ਹੈ, ਜਿਨ੍ਹਾਂ ਦੇ ਧੁਰ ਦਰਗਾਹ ਤੋਂ ਚੰਗੇ ਮੱਥੇ ਤੇ ਭਾਗ ਲਿਖੇ ਨੇ। ਪਹਿਲੀ ਗੱਲ ਕਿ ਵੱਡੇ ਭਾਗ ਜੇ ਮਨੁੱਖਾ ਜਨਮ ਮਿਲ ਗਿਆ। ਦੂਸਰੇ ਵੱਡੇ ਭਾਗ ਜੇ ਗੁਰਸਿੱਖਾਂ ਦੇ ਘਰ ਜਨਮ ਹੋ ਗਿਆ। ਇਸ ਤੋਂ ਵੱਡੇ ਭਾਗ ਦੁਨੀਆ ਤੇ ਨਹੀਂ ਜੇ ਕੋਈ ਹੋ ਸਕਦੇ। ਔਰ ਫਿਰ ਉਸ ਤੋਂ ਵੀ ਵੱਡੇ ਭਾਗ ਜੇ ਗੁਰਸਿੱਖਾਂ ਦੇ ਘਰ ਜਨਮ ਲੈ ਕੇ ਤੇ ਨਾਮ ਦੀ ਦਾਤ ਝੋਲੀ ਵਿੱਚ ਪੈ ਜਾਏ। ਸ਼ਬਦ ਦੇ ਨਾਲ ਜਿਨ੍ਹਾਂ ਦੀ ਸਾਂਝ ਪੈ ਗਈ, ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਦੇ ਇਹ ਵੱਡੇ ਭਾਗ ਹਨ ਜਿਨ੍ਹਾਂ ਦੀ ਮਾਲਕ ਦੀ ਕਿਰਪਾ ਦੇ ਨਾਲ ਮੱਥੇ ਤੇ ਚੰਗੇ ਭਾਗ ਲਿਖੇ ਨੇ। ਉਹਨਾਂ ਨੂੰ ਹੀ ਪੂਰਾ ਗੁਰੂ ਮਿਲ ਸਕਦਾ ਹੈ। ਤਿਸ ਗੁਰ ਕੋ ਸਭ ਨਮਸਕਾਰ ਕਰੋ, ਜਿਨ ਹਰ ਕੀ ਹਰ ਗਾਲ ਗਲੋਈਐ। ਕਹਿੰਦੇ ਨੇ ਤਿਸ ਗੁਰ ਕੋ ਸਭ ਨਮਸਕਾਰ ਕਰੋ। ਉਸ ਗੁਰੂ ਨੂੰ ਨਮਸਕਾਰ ਕਰੀਏ, ਉਸ ਦੇ ਚਰਨਾਂ ਤੇ ਮੱਥਾ ਟੇਕੀਏ, ਜਿਸ ਦੇ ਕੋਲ ਆ ਕੇ ਪਰਮਾਤਮਾ ਦੀਆਂ ਗੱਲਾਂ, ਉਹਦੀ ਸਿਫਤ ਸਲਾਹ ਹੁੰਦੀ ਹੈ। ਗੁਰੂ ਉਹ ਨਹੀਂ
ਕਿ ਜਿਹੜਾ ਕੋਲ ਬਿਠਾ ਕੇ ਤੇ ਸਿਫਤ ਆਪਣੀ ਕਰੇ, ਗੱਲਾਂ ਆਪਣੀਆਂ ਕਰੇ। ਅੱਜ ਤੇ ਮੈਂ ਵੇਖਦਾ ਇੰਨਾ ਕੁ ਪਖੰਡ ਚੱਲ ਪਿਆ ਕਿ ਪਿੱਛੇ ਸ਼ਬਦ ਲਾਇਆ ਹੋਏਗਾ, ਸ਼ਬਦ ਗੁਰਬਾਣੀ ਦਾ ਲਾਇਆ ਹੋਏਗਾ, ਤੇ ਅੱਗੇ ਫੋਟੋ ਜਿਹੜੀ ਹੈ ਨਾ ਆਪਣੇ ਗੁਰੂ ਦੀ ਵਿਖਾ ਕੇ ਤੇ ਕਰੀ ਜਾਣਗੇ ਦਰਸ਼ਨ ਦੇਖ ਜੀਵਾਂ ਗੁਰ ਤੇਰਾ। ਐਸਾ ਪਖੰਡ ਚੱਲ ਪਿਆ। ਨਹੀਂ ਗੁਰੂ ਸਵਾਰਿਓ, ਉਹ ਗੁਰੂ ਜਿਹੜੇ ਕੋਲ ਬੈਠਿਆਂ ਪਰਮਾਤਮਾ ਚੇਤੇ ਆਉਂਦਾ ਹੈ, ਪਰਮਾਤਮਾ ਦੀਆਂ ਗੱਲਾਂ ਕਰਦਾ ਹੈ, ਤਾਂ ਉਹ ਗੁਰੂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਹੈ, ਜਿਸ ਦੀ ਸ਼ਰਨ ਵਿੱਚ ਆਉਣ ਦੇ ਨਾਲ ਸਾਡੇ ਭਾਗ ਖੁੱਲ੍ਹ ਜਾਂਦੇ ਨੇ ਔਰ ਪਰਿਪੂਰਨ ਪਰਮਾਤਮਾ ਦੇ ਨਾਲ ਸਾਂਝ ਪੈ ਜਾਂਦੀ ਹੈ। ਗੁਰੂ ਸਵਾਰਿਓ, ਭਾਈ ਲਾਲੋ ਜੀ ਜਿਹੜੇ ਕਿ ਸੈਦਪੁਰ ਦੇ ਰਹਿਣ ਵਾਲੇ ਸਨ, ਪਰ ਵੇਖੋ ਜਦੋਂ ਵੱਡੇ ਭਾਗ ਜਾਗਦੇ ਨੇ ਨਾ, ਤੇ ਫਿਰ ਸਭ ਤੋਂ ਪਹਿਲਾਂ ਜਾ ਕੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਆਵਾਜ਼ ਹੀ ਲਾਲੋ ਨੂੰ ਮਾਰੀ ਹੈ। ਭਾਈ ਲਾਲੋ ਨੂੰ ਆਵਾਜ਼ ਮਾਰੀ ਹੈ, ਔਰ ਭਾਈ ਲਾਲੋ ਨੂੰ ਆਵਾਜ਼ ਮਾਰ ਕੇ, ਅਜੇ ਕਿ ਪਹਿਲਾਂ ਕਦੇ ਨਹੀਂ ਮਿਲੇ ਗੁਰੂ ਨਾਨਕ ਭਾਈ ਲਾਲੋ ਨੂੰ, ਪਰ ਆਵਾਜ਼ ਮਾਰ ਕੇ ਕਹਿੰਦੇ ਨੇ, ਲਾਲੋ ਕੀ ਪਿਆ ਕਰਦਾ ਹੈ? ਪਾਤਸ਼ਾਹ ਕਿੱਲੇ ਪਿਆ ਕੱਢਣਾ। ਤਰਖਾਣ ਸਨ, ਕਿੱਤੇ ਵਜੋਂ ਕਿੱਲੇ ਕੱਢਦੇ ਨੇ। ਤੇ ਮੇਰੇ ਸਹਿਬ ਹੱਸ ਕੇ ਕਹਿਣ ਲੱਗੇ, ਲਾਲੋ ਕਿੱਲੇ ਹੀ ਘੜੀ ਜਾਏਗਾ ਸਾਰੀ ਜ਼ਿੰਦਗੀ ਕਿ ਕਿਤੇ ਮਨ ਨੂੰ ਵੀ ਘੜੇਗਾ? ਮਨ ਨੂੰ ਘੜੇਗਾ। ਸਹਿਬ ਨੇ ਜਦੋਂ ਇਹ ਬਚਨ ਆਖਿਆ ਨਾ, ਤੇ ਭਾਈ ਲਾਲੋ ਚਰਨਾਂ ਤੇ ਟਹਿ ਪਿਆ। ਸਮਝ ਆ ਗਈ ਕਿ ਵਾਕਈ ਮਨ ਤੇ ਘੜਿਆ ਹੀ ਕੋਈ ਨਹੀਂ। ਜਦੋਂ ਰੱਬ ਦਾ ਕੋਈ ਪਿਆਰਾ ਮਿਲਦਾ, ਉਸ ਦੀ ਰਸਨਾ ਤੋਂ ਨਿਕਲੇ ਬੋਲ ਜਿਹੜੇ ਨੇ ਨਾ, ਉਹ ਵਿੰਨ ਕੇ ਰੱਖ ਦਿੰਦੇ ਨੇ। ਕਬੀਰ ਸਤਿਗੁਰ ਸੂਰਮੇ ਬਾਇਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਪਰਿਆ ਪਰਾ ਕਲੇਜੇ ਛੇਕ। ਤੇ ਭਾਈ ਲਾਲੋ ਨੇ ਬੜੇ ਪਿਆਰ ਦੇ ਨਾਲ ਵੱਖਰਾ ਚੌਂਕਾ ਤਿਆਰ ਕਰਕੇ ਤੇ ਭੋਜਨ ਤਿਆਰ ਕਰਵਾਇਆ। ਪਰ ਮੇਰੇ ਗੁਰੂ ਨਾਨਕ ਜਿਹੜੇ ਨੀਵਿਆਂ ਦੀ ਬਾਹ ਫੜਨ ਵਾਲੇ ਆਏ, ਹੱਥ ਜੋੜ ਕੇ ਕਹਿਣ ਲੱਗਾ, ਪਾਤਸ਼ਾਹ ਤੁਹਾਡੇ ਵਾਸਤੇ ਵੱਖਰਾ ਚੌਂਕਾ ਤਿਆਰ ਕੀਤਾ ਹੈ, ਤੁਸੀਂ ਉੱਥੇ ਬਹਿ ਕੇ ਭੋਜਨ ਪਾਓ। ਤੇ ਮੇਰੇ ਸਾਹਿਬ ਜੀ ਕਹਿਣ ਲੱਗੇ, ਨਹੀਂ ਲਾਲੋ, ਸਾਰੀ ਧਰਤੀ ਹੀ ਮੇਰਾ ਤੇ ਚੌਂਕਾ ਹੈ। ਕਹਿਣ ਲੱਗੇ, ਸਾਰੀ ਧਰਤੀ ਮੇਰਾ ਚੌਂਕਾ ਹੈ, ਲਾਲੋ ਤੂੰ ਭੋਜਨ ਨਹੀਂ ਪਾਣਾ? ਕਹਿਣ ਲੱਗੇ, ਮਹਾਰਾਜ ਮੈਂ ਤੁਹਾਡੇ ਬਰਾਬਰ ਬਹਿ ਕੇ ਕਿਵੇਂ ਛਕ ਸਕਣਾ? ਤੇ ਮੇਰੇ ਸਾਹਿਬ ਕਹਿਣ ਲੱਗੇ, ਨਹੀਂ ਵੇ ਲਾਲੋ, ਮੈਂ ਤੇ ਭੋਜਨ ਛਕਣਾ ਹੀ ਤਾਂ ਹੈ ਜੇ ਤੂੰ ਮੇਰੇ ਨਾਲ ਬਰਾਬਰ ਬਹਿ ਕੇ ਛਕੇਂਗਾ। ਤੇ ਸਾਹਿਬ ਜੀ ਦਾ ਬਚਨ ਵੀ ਹੈ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ। ਕਹਿੰਦੇ ਨੇ, ਹੇ ਪਰਿਪੂਰਨ ਪਰਮਾਤਮਾ, ਜਿੱਥੇ ਨੀਵਿਆਂ ਨੂੰ ਸੰਭਾਲਿਆ ਜਾਂਦਾ ਹੈ ਨਾ, ਉੱਥੇ ਤੇਰੀ ਮਿਹਰ ਦੀ ਨਜ਼ਰ ਹੁੰਦੀ ਹੈ, ਉੱਥੇ ਤੇਰੀ ਬਖਸ਼ਿਸ਼ ਹੁੰਦੀ ਹੈ, ਜਿੱਥੇ ਨੀਵਿਆਂ ਨੂੰ ਸੰਭਾਲਿਆ ਜਾਂਦਾ ਹੈ। ਔਰ ਵੇਖੋ, ਗੁਰੂ ਜਦੋਂ ਕਿਰਪਾ ਕਰ ਦਿੰਦਾ ਹੈ, ਤੇ ਗੁਰੂ ਨੇ ਕਿੰਨੀ ਕੁ ਕਿਰਪਾ ਕੀਤੀ ਹੈ। ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦਾ, ਮੇਰੇ ਕੋਲ ਸਮਾਂ ਜਿਹੜਾ ਉਹ ਬਿਲਕੁਲ ਸੀਮਤ ਹੈ। ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਅਸੀਂ ਗੁਰੂ ਨਾਨਕ ਦੀ ਨਜ਼ਰ ਦੇ ਪਾਤਰ ਬਣਨ ਵਾਸਤੇ ਆਉਂਦੇ ਹਾਂ। ਜੇ ਕਿਤੇ ਗੁਰੂ ਨਾਨਕ ਦੀ ਨਜ਼ਰ ਦੇ ਅਸੀਂ ਪਾਤਰ ਬਣ ਜਾਈਏ, ਬੰਦੇ ਦੇ ਕੋਲ ਬੁੱਧ ਹੈ, ਚਲਾਕੀਆਂ ਬੜੀਆਂ ਨੇ, ਖਬਰਾਂ ਬੜੀਆਂ ਨੇ, ਪਰ ਇੱਕ ਅਦੀਬ ਕਹਿੰਦਾ ਕਿ ਖਿਰਦ ਕੇ ਪਾਸ ਖਬਰ ਕੇ ਸਿਵਾ ਕੁਛ ਹੋਰ ਨਹੀਂ। ਖਿਰਦ ਕਹਿੰਦੇ ਨੇ ਬੁੱਧੀ ਨੂੰ। ਬੁੱਧੀ ਦੇ ਕੋਲ ਕੇਵਲ ਗਿਆਨ ਇਕੱਠਾ ਕਰਨ ਤੋਂ, ਖਬਰਾਂ ਇਕੱਠੀਆਂ ਕਰਨ ਤੋਂ ਸਿਵਾ ਹੋਰ ਕੁਝ ਨਹੀਂ। ਖਿਰਦ ਕੇ ਪਾਸ खबर के सिवा कुछ और नहीं, मगर तेरा इलाज नदर के सिवा कुछ और नहीं। कहते ने प्यारिया, तेरी ते गल ही उदों बननी है जदों तू ओदी नदर दा पात्र बन गया। ते गुरु नानक दी जिधर नदर हो जाती है ना, नदरे रहमत से गुरु नानक जिधर इशारा कर दिया, जर्रे को सूरज किया, कतरे को दरिया कर दिया, दैंत साधु बना, सज्जन भी सज्जन हो गया। अरे बंदों की क्या बात थी, रीठे को मीठा कर दिया। इश्क की भट्टी में डालकर जब कुंदन किया, लहने से अंगद किया, अंगद से अल्लाह कर दिया। परमात्मा दा रूप बना दिता भाई लहणे नू गुरु नानक ने। पर कदों? जदों गुरु नानक दी नदर दा पात्र बन गया। जिनको नदर करम तिनकार, नानक नदरी नदर निहाल। असी गुरु नानक दी नदर दे पात्र बनना है। भाई लालो गुरु नानक दी नदर दा पात्र बन गया, ते गुरु नानक ने किन्नी कु किरपा कर दिती भाई लालो ते। असी वेखदे हैं ना,
ਅਸੀਂ ਪੜ੍ਹਦੇ ਹਾਂ ਕਿ ਕੀਤੀ ਦਾਤ ਜਾਣੈ ਕੌਣ ਕੂਤ। ਕੋਈ ਕੂਤ ਕਹਿੰਦੇ ਨੇ ਅੰਦਾਜ਼ਾ ਲਾਉਣ ਵਾਲੇ ਨੂੰ। ਕੋਈ ਆਰਕੀਟੈਕਟ ਬਿਲਡਿੰਗ ਦੇ ਕੋਲ ਖਲੋ ਕੇ ਅੰਦਾਜ਼ਾ ਲਾ ਸਕਦਾ ਕਿ ਕਿੰਨਾ ਕੁ ਖਰਚਾ ਲੱਗਾ, ਕਿੰਨਾ ਸੀਮਟ ਲੱਗਾ, ਕਿੰਨਾ ਸਰੀਆ। ਕੋਈ ਜ਼ਿਮੀਂਦਾਰ ਫਸਲ ਦੇ ਬੰਨੇ ਤੇ ਖਲੋ ਕੇ ਅੰਦਾਜ਼ਾ ਲਾ ਲੈਂਦਾ ਕਿ ਇਸ ਵਾਰੀ ਮੇਰੀ ਇੰਨੇ ਕੁ ਕੁਆਂਟਲ ਫਸਲ ਹੋ ਜਾਣੀ ਹੈ। ਪਰ ਗੁਰੂ ਸਵਾਰਿਓ, ਜਦੋਂ ਗੁਰੂ ਕਿਰਪਾ ਕਰਦਾ ਫਿਰ ਕਿੰਨੀ ਕੁ ਉਹਨੇ ਬਖਸ਼ਿਸ਼ ਕਰ ਦੇਣੀ ਹੈ, ਕੋਈ ਦੁਨੀਆ ਦਾ ਕੂਤ ਅੰਦਾਜ਼ਾ ਨਹੀਂ ਜੇ ਲਾ ਸਕਦਾ। ਅਸੀਂ ਵੇਖਦੇ ਹਾਂ ਕਿ ਗੁਰੂ ਨਾਨਕ ਨੇ ਇੰਨੀ ਬਖਸ਼ਿਸ਼ ਕਰ ਦਿੱਤੀ ਭਾਈ ਲਾਲੋ ਤੇ, ਜਿਸ ਨੂੰ ਪਿੰਡੋਂ ਬਾਹਰ ਟਿਕਾਣਾ ਦਿੱਤਾ ਸੀ, ਉਸ ਨੂੰ ਪਿੰਡ ਵਿੱਚ ਵੀ ਥਾਂ ਕੋਈ ਨਹੀਂ, ਪਰ ਗੁਰੂ ਨਾਨਕ ਨੇ ਆਪਣੇ ਹਿਰਦੇ ਵਿੱਚ ਥਾਂ ਦੇ ਦਿੱਤੀ, ਗੁਰੂ ਗ੍ਰੰਥ ਸਾਹਿਬ ਵਿੱਚ ਥਾਂ ਦੇ ਦਿੱਤੀ। ਔਰ ਇੱਕ ਵਾਰੀ ਨਹੀਂ 7 ਵਾਰੀ ਨਾਮ ਆਇਆ ਭਾਈ ਲਾਲੋ ਦਾ ਬਾਣੀ ਵਿੱਚ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਬਾਰ ਬਾਰ ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨ ਵੇ ਲਾਲੋ। ਬਾਰ ਬਾਰ ਵੇ ਲਾਲੋ ਵੇ ਲਾਲੋ। ਕਿਉਂ? ਕਿਉਂਕਿ ਗੁਰੂ ਨਾਨਕ ਦੀ ਨਦਰ ਦਾ ਪਾਤਰ ਬਣ ਗਿਆ ਹੈ। ਗੁਰੂ ਘਰ ਵਿੱਚ ਆਏ ਆ, ਇੱਥੇ ਆ ਕੇ ਉਹਦੀ ਨਦਰ ਦੇ ਕਿਤੇ ਪਾਤਰ ਬਣ ਜਾਈਏ, ਫਿਰ ਸਾਡੇ ਜੀਵਨ ਵਿੱਚ ਸਦੀਵੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਫਿਰ ਕਿੱਥੋਂ ਤੱਕ ਦਾ ਸੁੱਖ ਮਿਲਦਾ ਹੈ? ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣ ਜਾਏਗੀ। ਭੁੱਲਾਂ ਚੁੱਕਾਂ ਦੀ ਖਿਮਾ, ਕੋਟਾਨ ਕੋਟ ਧੰਨਵਾਦ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਮਾਨਯੋਗ ਗੁਰੂ ਸਵਾਰੀਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ। ਸਿੰਘ ਸਾਹਿਬ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਆਪ ਸਭ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ। ਆਓ ਇਸ ਮੁਬਾਰਕ ਸ਼ਬਦ ਦੀਆਂ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਸੋ ਪਾਏ ਪੂਰਾ ਸਤਿਗੁਰੂ, ਜਿਸ ਧੁਰ ਮਸਤਕ ਲਿਲਾਟ ਲਿਖੋਈਐ, ਤਿਸ ਗੁਰ ਕੋ ਸਭ ਨਮਸਕਾਰ ਕਰੋ। ਜਿਨ ਹਰ ਕੀ ਹਰ ਗਾਲ ਗਲੋਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।